ਸੋ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਾਡੇ ਸਪੈਸ਼ਲ ਕੋਰੈਸਪੋਂਡੈਂਟ ਸੀਨੀਅਰ ਰਿਪੋਰਟਰ ਠਾਕੁਰ ਅਮਨਦੀਪ ਸਿੰਘ ਜੀ ਦਾ। ਠਾਕੁਰ ਜੀ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਇੰਦਰ ਜੀ, ਤੁਹਾਨੂੰ ਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਅੱਜ ਸਾਡੇ ਪੈਨਲ ਦੇ ਵਿੱਚ ਬਹੁਤ ਹੀ ਸੀਨੀਅਰ ਪੰਜਾਬ ਦੇ ਲਈ ਲੰਬੇ ਸਮੇਂ ਤੋਂ ਜਿਹੜੀ ਲੜਾਈ ਕਹਿ ਲਓ, ਸੰਘਰਸ਼ ਔਰ ਪੰਜਾਬ ਦੇ ਚੰਗੇ ਦੇ ਲਈ ਕੰਮ ਕਰਨ ਵਾਲੇ, ਅੱਜ ਤੱਕ ਲਿਖਦੇ ਆ, ਇਸ਼ੂਜ਼ ਨੂੰ ਐਡਰੈਸ ਕਰਦੇ ਆ, ਪੋਲੀਟੀਕਲ ਐਨਾਲਿਸਟ ਸਰਦਾਰ ਮਾਲਵਿੰਦਰ ਸਿੰਘ ਮਾਲੀ ਜੀ ਵੀ ਜੁੜ ਚੁੱਕੇ। ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਕੈਨੇਡੀਅਨ ਸੱਤ ਟੀਵੀ ਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠਾਕੁਰ ਜੀ ਔਰ ਮਾਲੀ ਸਾਹਿਬ, ਪਿਛਲੇ 5 ਦਿਨ ਤੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਦੂਸਰੀ ਵੱਡੀ ਖਬਰ ਸਾਹਮਣੇ ਆ ਰਹੀ ਹੋਵੇ ਐਕਸੈਪਟ ਸਿੱਧੂ ਮੂਸੇਵਾਲਾ ਤੋਂ। ਮੈਨੂੰ ਲੱਗਦਾ ਕੋਈ ਐਸਾ ਨਿਊਜ਼ ਚੈਨਲ ਨਹੀਂ, ਨਾ ਆਨਲਾਈਨ ਤੇ ਨਾ ਕੋਈ ਟੀਵੀ ਵਾਲਾ ਪਲੇਟਫਾਰਮ ਜਿਹਦੇ ਕੋਲ ਕੋਈ ਦੂਸਰੀ ਵੱਡੀ ਖਬਰ ਜ਼ਿਆਦਾ ਦੇਰ ਚਲਾਉਣ ਲਈ ਹੋਵੇ। ਪਰ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਹੁਤ ਸਾਰੇ ਅਪਡੇਟਸ ਲਗਾਤਾਰ ਹਜੇ ਵੀ ਆਈ ਜਾ ਰਹੇ ਆ। ਆਪਾਂ ਵੀ ਕਿਉਂਕਿ ਮਾਲੀ ਸਾਹਿਬ ਨਾਲ ਬਹੁਤ ਦਿਨ ਬਾਅਦ ਅੱਜ ਸਾਡਾ ਰਾਬਤਾ ਕਾਇਮ ਹੋਇਆ ਹੈ। ਹਾਲਾਂਕਿ ਜੂਨ 2 ਹੈ, ਘੱਲੂਘਾਰੇ ਵਾਲਾ ਦਿਨ ਵੀ ਹੈ, ਉਧਰ ਜਿਹੜਾ ਸਾਡੇ ਗੁਰੂ ਘਰਾਂ ਤੇ ਅਟੈਕ ਹੋਇਆ ਉਹ ਵਾਲੇ ਦਿਨ ਵੀ ਚੱਲ ਰਹੇ ਆ, ਉਹਦੇ ਬਾਰੇ ਵੀ ਅੱਗੇ ਚੱਲ ਕੇ ਜ਼ਿਕਰ ਕਰਾਂਗੇ। ਪਰ ਪਹਿਲਾਂ ਪੰਜਾਬ ਦੀ ਲਾਅ ਐਂਡ ਆਰਡਰ ਦੀ ਗੱਲ ਕਰ ਲਈ, ਕਿਉਂਕਿ ਮੈਨੂੰ ਨਹੀਂ ਲੱਗਦਾ ਮਾਲੀ ਸਾਹਿਬ ਤੋਂ ਬਿਹਤਰ ਆਪਾਂ ਨੂੰ ਕੋਈ ਦੱਸ ਸਕਦਾ ਹੈ ਕਿ ਪੰਜਾਬ ਚੱਲਦਾ ਕਿਵੇਂ ਹੈ, ਪੰਜਾਬ ਨੂੰ ਚਲਾਉਂਦਾ ਕੌਣ ਹੈ, ਪੰਜਾਬ ਦੀ ਬਿਊਰੋਕ੍ਰੇਸੀ ਕੀ ਕਰਦੀ ਹੈ, ਪੰਜਾਬ ਦੀ ਗਵਰਨਮੈਂਟ ਕਿਵੇਂ ਕੰਮ ਕਰਦੀ ਹੈ। ਕੁਝ ਇੰਟਰਵਿਊਜ਼ ਮੈਂ ਕੱਲ ਦੇਖੇ ਪੁਰਾਣੇ ਖੰਗਾਲੇ, ਤਾਂ ਮੈਨੂੰ ਬਹੁਤ ਨਵੀਆਂ ਚੀਜ਼ਾਂ ਪਤਾ ਲੱਗੀਆਂ। ਏਜੰਸੀਆਂ ਦਾ ਕੀ ਰੋਲ ਰਹਿੰਦਾ ਇੱਕ ਸਟੇਟ ਚਲਾਉਣ ਦੇ ਲਈ। ਇਹ ਸਾਰੀਆਂ ਤਮਾਮ ਗੱਲਾਂ ਬਾਤਾਂ ਕਰਾਂਗੇ, ਅਲੱਗ-ਅਲੱਗ ਪਰਸਪੈਕਟਿਵ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਲੀ ਸਾਹਿਬ ਤੋਂ, ਠਾਕੁਰ ਜੀ ਤੁਹਾਡੇ ਤੋਂ ਵੀ, ਕਿ ਕੀ ਮਾਇਨੇ ਕੱਢੀਏ ਆਪਾਂ ਇਸ ਕਤਲ ਦੇ। ਇਸ ਕਤਲ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਭਾਵ ਪੈਣ ਵਾਲਾ ਹੈ, ਪੰਜਾਬ ਕਿੱਧਰ ਨੂੰ ਜਾ ਰਿਹਾ, ਕੀ ਇਹਦਾ ਜਿਹੜਾ ਕੱਲ ਨੂੰ ਰਿਜ਼ਲਟ ਵੀ ਆਉਣਾ ਹੈ ਕੀ ਉਹ ਪੋਜ਼ਿਟਿਵ ਹੋਊਗਾ, ਕੀ ਇਨਸਾਫ ਮਿਲੂਗਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਔਰ ਸਾਰੇ ਦੇਸ਼ ਦੁਨੀਆ ਵਰਲਡ ਦੇ ਵਿੱਚ ਜਿਹੜੇ ਉਹਨਾਂ ਦੇ ਫੈਨਸ ਬੈਠੇ ਆ। ਸੋ ਮਾਲੀ ਸਾਹਿਬ, ਤੁਸੀਂ ਵੈਸੇ ਜੇ ਓਵਰਆਲ 5 ਦਿਨ ਦੀ ਇਨਵੈਸਟੀਗੇਸ਼ਨ ਹੋ ਚੁੱਕੀ ਹੈ, 5-4 ਦਿਨ ਦੀ ਇਨਵੈਸਟੀਗੇਸ਼ਨ ਲਾ ਲਓ, 5 ਦਿਨ ਮਰਡਰ ਨੂੰ ਹੋ ਗਏ ਆ, ਤੇ ਕੀ ਤੁਹਾਨੂੰ ਲੱਗਦਾ ਹੈ ਮਾਲੀ ਸਾਹਿਬ, ਕਿਹੜੇ ਪਰਸਪੈਕਟਿਵ ਤੁਸੀਂ ਕੱਢਦੇ ਹੋ ਇਸ ਮਰਡਰ ਦੇ? ਜੀ ਮਾਲੀ ਸਾਹਿਬ। ਇਨਵੈਸਟੀਗੇਸ਼ਨ ਵੀ ਹੋ ਸਕਦੀ ਆ ਜੀ, ਬੰਦੇ ਫੜੇ ਵੀ ਜਾ ਸਕਦੇ ਨੇ ਜੀ, ਇਹਦੇ ਨਾਲ ਮਸਲਾ ਹੱਲ ਜੀ। ਥੋੜਾ ਜਿਹਾ ਮਾਈਕ ਐਡਜਸਟ ਕਰਿਓ ਮਾਲੀ ਸਾਹਿਬ ਜੀ। ਹੈਲੋ ਜੀ, ਹੁਣ ਠੀਕ ਹੈ, ਬਿਹਤਰ ਹੈ। ਸੋ ਇਸ ਕਰਕੇ ਸਵਾਲ ਤਾਂ ਇਹ ਹੈ ਵੀ ਇਹ ਵਰਤਾਰਾ ਕੀ ਆ, ਵਰਤਾਰਾ ਕੀ ਆ, ਇਹ ਕਿਵੇਂ ਹੋਂਦ ਚ ਆਇਆ, ਕਿਉਂ ਹੋਂਦ ਚ ਆਇਆ, ਇਹ ਕਰ ਕੀ ਰਿਹਾ, ਤੇ ਇਹਦਾ ਸਮਾਜ ਲਈ ਅਰਥ ਕੀ ਆ, ਮੀਨਿੰਗ ਕੀ ਆ ਜੀ। ਗੈਂਗਸਟਰ ਦਾ ਵਰਤਾਰਾ ਉਦੋਂ ਪੈਦਾ ਹੋਇਆ ਜਦੋਂ 1992 ਤੋਂ ਬਾਅਦ, ਅੱਛਾ ਜੀ, ਖਾੜਕੂਵਾਦ ਲਹਿਰ ਨੂੰ ਖਤਮ ਕਰਨ ਤੋਂ ਬਾਅਦ KPS ਗਿੱਲ ਨੇ ਪੰਜਾਬ ਚ ਸੱਭਿਆਚਾਰਕ ਮੇਲੇ ਲਾਉਣੇ ਸ਼ੁਰੂ ਕੀਤੇ। ਜੋ ਪੰਜਾਬ ਦਾ ਸੱਭਿਆਚਾਰ ਸੀ, ਠੀਕ ਆ, ਉਹਦੇ ਵਿੱਚ ਪੋਜ਼ਿਟਿਵ ਵੀ ਸੀ, ਨੈਗੇਟਿਵ ਵੀ ਸੀ, ਉਹਨੂੰ ਇੱਕ ਦਿਸ਼ਾ ਦਿੱਤੀ। ਤੇ ਗਾਇਕ ਸੀ ਜਿਹੜੇ ਇਹਨਾਂ ਨੇ ਪੁਲਿਸ ਚ ਵੀ ਭਰਤੀ ਕੀਤੇ, ਉਹਨਾਂ ਦੇ ਖਾੜੇ ਵੀ ਲਵਾਏ, ਉਧਰਲੇ ਪਾਸੇ ਤੁਰਿਆ। ਉਹਦਾ ਮਤਲਬ ਇਹ ਸੀ ਵੀ ਜਿਹੜਾ ਪੰਜਾਬ ਆ, ਜਿਹੜਾ ਆਪਦੇ ਇਤਿਹਾਸ ਇਹਨੂੰ ਭਟਕਾਉਣਾ, ਇਹਨੂੰ ਲਾਉਣਾ। ਮਾਨ ਸਾਹਿਬ, ਤੁਹਾਡੀ ਜਾਣਕਾਰੀ ਬੜੀ ਅਹਿਮ ਹੈ। ਮੈਂ ਮਾਫੀ ਚਾਹੂੰਗਾ, ਥੋੜੀ ਜਿਹੀ ਆਡੀਓ ਤੁਹਾਡੇ ਵੱਲੋਂ ਕੱਟ ਰਿਹਾ। ਮੈਂ ਨਹੀਂ ਚਾਹੁੰਦਾ ਤੁਹਾਡੇ ਨਾਲ ਗੱਲ ਕੀਤੀ ਤੇ ਆਪਾਂ ਉਹ ਗੱਲ ਡਿਸਟਰਬ ਹੋਵੇ, ਕਿਉਂਕਿ ਬਹੁਤ ਸਾਰੇ ਲੋਕ ਜੁੜੇ ਆ ਔਰ ਮੈਂ ਤੁਹਾਡੀ ਬਹੁਤ ਅਹਿਮ ਜਾਣਕਾਰੀ ਹੈ। ਥੋੜੀ ਜਿਹੀ ਆਡੀਓ ਦੀ ਪ੍ਰੋਬਲਮ ਆ ਰਹੀ ਹੈ, 1 ਸੈਕਿੰਡ ਦਿਓ, ਤੁਹਾਨੂੰ ਕੱਟ ਕੇ ਦੁਬਾਰਾ ਲਾਉਣੇ ਜੀ। ਠਾਕੁਰ ਜੀ, ਅਸੀਂ ਮਾਲੀ ਸਾਹਿਬ ਨੂੰ ਦੁਬਾਰਾ ਜੋੜਦੇ ਆ। ਤੁਹਾਡਾ ਹੁਣ ਤੱਕ ਦਾ ਤੁਸੀਂ 4 ਦਿਨ ਦਾ ਨਿਚੋੜ ਕੀ ਕੱਢਿਆ ਇਸ ਇਨਸੀਡੈਂਟ ਦਾ? ਜੇ ਤੁਸੀਂ ਕੁਇਕ ਰਿਐਕਸ਼ਨ ਤੁਹਾਡਾ ਕੀ ਹੈ?
देखो एस्पेक्ट्स इस पूरी वारदात के बहुत ज्यादा नहीं। बेशक सरकार के फेलियर की गल हो रही है, बिल्कुल है, सरकार की नलायकी की गल हो रही है, बिल्कुल है, लेकिन सिर्फ यही नहीं, तो पहला भी अनगहलियां हुई ने जिस करके ये दुखांत होया है। इंफॉर्मेशन ਜਿਹੜੀਆਂ ਨਹੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਨਹੀਂ ਕੀਤਾ ਗਿਆ। ਚਾਹੇ ਉਹ ਸ਼ਾਹਰੁਖ ਸ਼ੂਟਰ ਜਿਹੜਾ ਸ਼ਾਹਰੁਖ ਅਪ੍ਰੈਲ ਮਹੀਨੇ ਵਿੱਚ ਫੜਿਆ ਗਿਆ ਹੈ ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ, ਉਸ ਵੱਲੋਂ ਦਿੱਤੀ ਗਈ ਜਾਣਕਾਰੀ ਹੋਵੇ, ਉਸਨੇ ਦੱਸਿਆ ਹੋਵੇ, ਉਦੋਂ ਅਲਰਟ ਭੇਜਿਆ ਗਿਆ ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ, ਅਣਗੌਲਿਆ ਕੀਤਾ ਗਿਆ, ਕਿਉਂ ਕੀਤਾ ਗਿਆ, ਇਸ ਦਾ ਜਵਾਬ ਵੀ ਦੇਣਾ ਚਾਹੀਦਾ ਹੈ। ਉਸ ਤੋਂ ਇਲਾਵਾ ਜਿਸ ਸ਼ੱਕ ਦੀ ਬਿਨਾਂ ਤੇ ਜਿਹੜੀ ਅੱਜ ਤੁਸੀਂ ਆਡੀਓ ਵੀ ਸੁਣਾਈ ਹੈ ਜੀ, ਉਹ ਬੰਦਾ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦਾ ਭਾਂਜਾ ਵੀ ਦੱਸ ਰਿਹਾ ਹੈ, ਸਚਿਨ ਸ਼ਾਇਦ ਉਸਦਾ ਨਾਮ ਹੈ, ਸਚਿਨ ਬਿਸ਼ਨੋਈ ਜੀ। ਤੇ ਉਹਨਾਂ ਨੂੰ ਇਹ ਸ਼ੱਕ ਸੀ, ਯਾਨੀ ਲਾਰੈਂਸ ਬਿਸ਼ਨੋਈ ਸ਼ੱਕ ਸੀ, ਕਿਉਂਕਿ ਜਦੋਂ ਵਿੱਕੀ ਮਿੰਟੂ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਉਹ ਸ਼ੂਟਰ ਜਿਹੜੇ ਨੇ ਉਹ ਦਿੱਲੀ ਸਪੈਸ਼ਲ ਸੈੱਲ ਵੱਲੋਂ ਫੜੇ ਗਏ। ਪੰਜਾਬ ਪੁਲਿਸ ਦੇ ਹੱਥੇ ਕੋਈ ਨਹੀਂ ਛੜਿਆ, ਪਰ ਕਿਸੇ ਹੋਰ ਕੇਸ ਵਿੱਚ, ਕਿਸੇ ਹੋਰ ਮਾਮਲੇ 'ਚ ਉਹਨਾਂ ਦੀ ਲੋੜੀਂਦੇ ਹੋਣ ਜੇ ਭਾਲ ਹੋਣੀ ਹੈ ਤੇ ਉਹ ਦਿੱਲੀ ਸਪੈਸ਼ਲ ਸੈੱਲ ਵੱਲੋਂ ਫੜੇ ਗਏ। ਲੇਕਿਨ ਜਦੋਂ ਉਹਨਾਂ ਤੋਂ ਪੁੱਛਗਿੱਛ ਹੋਈ ਹੈ, ਬਕਾਇਦਾ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਨੇ, ਹਾਲਾਂਕਿ ਸਿੱਧੂ ਮੂਸੇਵਾਲਾ ਦਾ ਸਿੱਧੇ ਤੌਰ ਤੇ ਨਾਮ ਨਹੀਂ ਸੀ, ਪਰ ਸਾਫ਼ ਤੌਰ ਤੇ ਲਿਖਿਆ ਗਿਆ ਸੀ ਇੱਕ ਵੱਡਾ ਤੇ ਨਾਮੀ ਸਿੰਗਰ ਜੋ ਕਿ ਹੁਣੇ ਇੱਕ ਪਾਰਟੀ ਵੱਲੋਂ ਇਲੈਕਸ਼ਨ ਵੀ ਲੜਿਆ ਜੀ। ਅਸੀਂ ਮੈਂ ਵੀ ਆਪਣੇ ਵੱਲੋਂ ਕੋਈ ਇਲਜ਼ਾਮ ਨਹੀਂ ਲਾ ਰਹੇ, ਪਰ ਇਹ ਦਿੱਲੀ ਸਪੈਸ਼ਲ ਸੈੱਲ ਦਾ ਇਨਪੁਟ ਸੀ। ਰਾਈਟ, ਉਹਨਾਂ ਦੀ ਕੁਝ ਪੜਤਾਲ ਦੇ ਜੋ ਗੱਲਾਂ ਸਾਹਮਣੇ ਆਈਆਂ, ਉਹਨਾਂ ਨੇ ਉਹ ਤੱਥ ਮੀਡੀਆ ਨਾਲ ਵੀ ਸਾਂਝੇ ਕੀਤੇ, ਪੰਜਾਬ ਸਰਕਾਰ, ਪੰਜਾਬ ਪੁਲਿਸ ਨਾਲ ਵੀ ਸਾਂਝੇ ਕੀਤੇ। ਠੀਕ ਹੈ, ਠੀਕ ਹੈ। ਤੇ ਉੱਥੇ ਇਹ ਤੱਥ ਸਾਹਮਣੇ ਆਇਆ ਸੀ ਬਈ ਫਲਾਣੇ ਦਾ ਮੈਨੇਜਰ। ਰਾਈਟ। ਸੌਰੀ ਠਾਕੁਰ ਜੀ, ਕਿਉਂਕਿ ਮਾਲੀ ਸਾਹਿਬ ਜੁੜ ਚੁੱਕੇ ਆ, ਆਪਾਂ ਬਸ ਇੱਥੋਂ ਇਹ ਤੁਹਾਡੇ ਜਿਹੜੇ ਪੁਆਇੰਟ ਆ ਆਪਾਂ ਇੱਥੋਂ ਕੰਟੀਨਿਊ ਕਰਾਂਗੇ, ਪਰ ਇੱਕ ਵਾਰ ਮਾਲੀ ਸਾਹਿਬ ਨੂੰ ਦੁਬਾਰਾ ਸਵਾਗਤ ਕਰਦੇ ਹਾਂ। ਔਰ ਮਾਲੀ ਸਾਹਿਬ, ਮੇਰਾ ਸਵਾਲ ਉਹੀ ਹੈ, ਤੁਸੀਂ ਇਸ ਜਿਹੜਾ ਮਰਡਰ ਹੋਇਆ ਤੁਸੀਂ ਬੜੀ ਵਧੀਆ, ਬੜੀ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਸੀ, ਮੈਂ ਚਾਹੂੰਗਾ ਉੱਥੋਂ ਹੀ ਕੰਟੀਨਿਊ ਕਰਿਓ ਪਲੀਜ਼। ਮੈਂ ਇਹ ਕਹਿਣਾ ਚਾਹੁੰਦਾ ਜੀ, ਮੈਂ ਰਸੂਲ ਹਮਜ਼ਾ ਤੋਂ ਬਾਅਦ ਰਸ਼ੀਆ ਦਾ ਬੜਾ ਲੇਖਕ ਵੱਡਾ, ਉਹਨੇ ਕਿਹਾ ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਜੇ ਤੁਸੀਂ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਦੇਗਾ। ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਇਹਦੀ ਸਾਜ਼ਿਸ਼ ਕਿਵੇਂ ਰਚੀ ਗਈ, ਇਹਦੇ ਵਿੱਚ ਪਾਰਟੀ ਨੇ ਕਿਹਨੇ ਹਿੱਸਾ ਲਿਆ, ਇਹਦਾ ਅਸਰ ਕੀ ਪਿਆ ਜੀ। ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਪਿਛਲੇ ਲੰਮੇ ਸਮੇਂ ਤੋਂ ਇੱਕ ਪੂਰੀ ਵਿਉਂਤਬੰਦੀ ਆ, ਇੱਕ ਪੂਰੀ ਸਕੀਮ ਆ ਵੀ ਪੰਜਾਬ ਨੂੰ ਕਿਹੜੇ ਰਾਹ ਤੋਰਨਾ ਜੀ। ਕਿ ਜਿਹੜਾ ਪੰਜਾਬ ਆ ਨਾ ਜੀ, ਇਹਨੇ ਬੜਾ ਇਤਿਹਾਸ ਸਿਰਜੇ ਨੇ। ਮਤਲਬ 1849 ਚ ਅਸੀਂ ਗੁਲਾਮ ਬਣਾ ਲਏ, ਉਦੋਂ ਬਾਅਦ 2 ਦੇਸ਼ ਬਣੇ, ਪਰ ਸਾਡੇ ਦੇਸ਼ ਪੰਜਾਬ ਨੂੰ ਵੰਡ ਕੇ, ਵੱਢ ਕੇ, ਟੁੱਕ ਕੇ ਤੇ ਪੰਜਾਬੀਆਂ ਨੂੰ ਉਜਾੜ ਕੇ, ਉਸ ਤੋਂ ਬਾਅਦ ਪੰਜਾਬੀ ਸੂਬੇ ਦੀ ਗੱਲ ਚੱਲੀ, ਪੰਜਾਬੀ ਸੂਬਾ ਨਹੀਂ ਬਣਾਇਆ, ਪੰਜਾਬ ਨੂੰ ਵੰਡਤਾ, ਇਹਦੇ ਸਾਰੇ ਸੰਵਿਧਾਨਕ ਹੱਕ ਖੋਹ ਲਏ ਜੀ। ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਚੱਲਿਆ। ਧਰਮ ਯੁੱਧ ਮੋਰਚਾ ਕੀ ਸੀ? ਅਨੰਦਪੁਰ ਦਾ ਮਤਾ ਕੀ ਸੀ ਵੀ ਸਾਨੂੰ ਫੈਡਰਲ ਢਾਂਚੇ ਦੀ ਲੋੜ ਆ, ਪੰਜਾਬ ਨੂੰ ਆਪਣੇ ਫੈਸਲੇ ਆਪ ਕਰਨ ਦਾ ਹੱਕ ਨਹੀਂ। ਬਿਲਕੁਲ। ਹਮਲਾ ਕਿਉਂ ਕੀਤਾ? ਆਪਾਂ ਕਹਿੰਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਗੁਰਧਾਮਾਂ ਤੇ ਹਮਲਾ ਕੀਤਾ। ਇਹ ਇਸ ਕਰਕੇ ਕੀਤਾ ਵੀ ਜਿਹੜੀ ਤੁਸੀਂ ਲੜਾਈ ਲੜ ਰਹੇ ਹੋ, ਇਹ ਲੜਾਈ ਸਾਨੂੰ ਪ੍ਰਵਾਹ ਨਹੀਂ। ਧਰਮ ਯੁੱਧ ਮੋਰਚੇ ਨੂੰ ਕੁਚਲਣ ਖਾਤਰ ਹਮਲਾ ਕੀਤਾ ਸੀ, ਜਿਹਦੇ ਖਾਤਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਸੀ ਆਨੰਦਪੁਰ ਦੇ ਮੱਤੇ ਤੋਂ ਪਿੱਛੇ ਕੋਈ ਸਮਝੌਤਾ ਨਹੀਂ ਹੋਣ ਦੇਣਾ ਜੀ। ਹਮਲਾ ਕੀਤਾ, ਗੁਰਧਾਮ ਉਜਾੜੇ ਉਹ ਕੀਤੇ, ਤੇ ਸਮਝੌਤਾ ਜਿਹੜਾ ਉਹ ਆਨੰਦਪੁਰ ਦੇ ਨੂੰ ਦਰਕਨਾਰ ਕਰਕੇ ਕਰ ਲਿਆ। ਹੋਇਆ ਫਿਰ ਕੀ ਜੀ? ਦਿਖਾਵ ਸਾਡਾ ਕੀ ਹੋਇਆ? ਅਸੀਂ ਉਹ ਧਰਮ ਯੁੱਧ ਮੋਰਚੇ ਦੇ ਮੰਤਵ ਨੂੰ ਛੱਡਤਾ ਜੀ। ਇੱਕ ਧਿਰ ਨੇ ਇਸ ਕਰਕੇ ਛੱਡਤਾ ਵੀ ਸਾਨੂੰ ਇੱਥੇ ਇਨਸਾਫ ਨਹੀਂ ਮਿਲਣਾ, ਅਸੀਂ ਤਾਂ ਖਾਲਸਾ ਨੂੰ ਬਣਾਉਣਾ। ਹਾਂਜੀ।
ਇੱਕ ਧਿਰ ਨੇ ਇਸ ਕਰਕੇ ਛੱਡਤਾ ਵੀ ਅਸੀਂ ਸਰਕਾਰਾਂ ਬਣਾਉਣੀਆਂ ਨੇ, ਸਰਕਾਰਾਂ ਚਲਾਉਣੀਆਂ ਨੇ। ਇਹ ਇੱਕ ਪ੍ਰਸੰਗ ਉਹ ਵੱਲ ਜਿਹੜੇ ਪਾਸੇ ਪੰਜਾਬ ਦੀ ਸਿਆਸਤ ਧੱਕੀ ਗਈ, ਜਿਹੜਾ ਮੈਂ ਤੁਹਾਨੂੰ ਕਿਹਾ ਵੀ ਯਾਦ ਕਰੋ ਜੀ, ਇਹ ਵੀ ਇਸ ਗਿੱਲ ਨੇ ਇੱਕ ਸੱਭਿਆਚਾਰਕ ਮੇਲੇ ਲਗਾਉਣ ਦਾ ਕੰਮ ਸ਼ੁਰੂ ਕੀਤਾ। ਉਹਨੇ ਜਿਹੜੇ ਗੀਤਕਾਰ ਸੀ ਉਹ ਸਾਹੇ, ਉਹਨੇ ਭਰਤੀ ਕੀਤੇ, ਉਹਨਾਂ ਤੋਂ ਖਾੜੇ ਲਵਾਏ ਸਾਰੇ ਪੰਜਾਬ। ਉਹਨਾਂ ਨੇ ਸ਼ਰਾਬ ਦਾ ਕੰਮ ਵੀ ਸ਼ੁਰੂ ਕਰਾਇਆ, ਤੇ ਜਿਹਨੂੰ ਆਪਾਂ ਕਹੀਏ ਲੱਚਰ ਗਾਇਕੀ, ਚਲੋ ਉਸ ਤਰ੍ਹਾਂ ਸਾਰੀ ਗਾਇਕੀ ਲੱਚਰ ਨਹੀਂ ਹੁੰਦੀ, ਪਰ ਉਹਨਾਂ ਨੇ ਹੋਰ ਪਾਸੇ ਤੋਰਿਆ ਪੰਜਾਬ ਨੂੰ। ਉਸ ਤੋਂ ਬਾਅਦ ਬਾਦਲ ਦੀ ਸਰਕਾਰ ਆਈ ਜੀ। ਜਦੋਂ ਬਾਦਲ ਦੀ ਸਰਕਾਰ ਆਈ, ਉਹਨੇ ਵਾਅਦਾ ਕੀਤਾ ਸੀ ਕਿ ਜੋ ਪੰਜਾਬ 'ਚ ਜ਼ੁਲਮ ਦੀ ਹਨੇਰੀ ਝੱਲੀ ਆ, ਉਹਦੀ ਉੱਚ ਪੱਧਰੀ ਕਮਿਸ਼ਨ ਬਣਾ ਕੇ ਜਾਂਚ ਕਰਵਾਵਾਂਗੇ ਤੇ ਦੋਸ਼ੀਆਂ ਨੂੰ ਕਟਹਿਰੇ ਖੜੇ ਕਰਾਂਗੇ। ਜਦੋਂ ਹਰਦੇਵ ਸਿੰਘ ਅਰਸ਼ੀ ਕਾਮਰੇਡ ਸੀ, ਉਹ ਬੱਲਾ ਅੱਡੇ ਤੋਂ, ਉਹਨੇ ਸਵਾਲ ਕੀਤਾ, ਬਾਦਲ ਸਾਹਿਬ ਤੁਸੀਂ ਆਹ ਗੱਲ ਕੀਤੀ ਸੀ ਨਾ, ਕੀ ਬਣਿਆ? ਕਹਿੰਦੇ ਛੱਡੋ ਜੀ, ਇੱਥੇ ਤੇ ਪਾਓ ਮਿੱਟੀ, ਦੱਬੇ ਮੁਰਦੇ ਫੇੜ ਕੇ ਕੀ ਮਿਲੂ ਜੀ। ਹੋਇਆ ਕੀ? ਪੰਜਾਬ ਦੇ ਸਾਰੇ ਕਾਲਜਾਂ 'ਚ ਚੋਣਾਂ ਬੰਦ ਕਰਤੀ। ਮਤਲਬ ਜੋ ਵਿਦਿਆਰਥੀ ਸਿਆਸਤ ਸੀ ਉਹ ਬੰਦ ਕਰਤੀ, ਤਾਂ ਕਿ ਵਿਦਿਆਰਥੀਆਂ ਦੇ ਵਿੱਚੋਂ ਕੋਈ ਉਹੋ ਜਿਹੇ ਆਗੂ ਨਾ ਉੱਭਰਨ। ਸਾਰਾ ਪਰਿਵਾਰੀਕਰਨ ਹੋ ਗਿਆ ਸਿਆਸਤ ਦਾ ਜੀ, ਧਰਮ ਦਾ ਵਪਾਰੀਕਰਨ ਹੋ ਗਿਆ। ਪੀਟੀਸੀ ਜਾਂ ਸਾਰਾ ਸਿਸਟਮ ਦੇਖ ਲਓ ਤੁਸੀਂ, ਟਰੱਸਟ ਬਣਾ ਕੇ ਜਾਇਦਾਦਾਂ ਦੇ, ਬਾਦਲ ਪਰਿਵਾਰ ਆ ਉਹਦੇ ਵਿੱਚ ਸਾਰਾ ਕੁਛ ਆ ਜੀ। ਸਿਆਸਤ ਦੇ ਵਿੱਚ ਪਰਿਵਾਰ ਬਣ ਗਿਆ, ਜਿਹੜੇ ਧੰਦੇ ਸੀ ਉਹਨਾਂ ਤੇ ਕੰਟਰੋਲ ਹੋ ਗਿਆ। ਰੇਤਾ ਬਜਰੀ ਆ, ਪੈਸਾ ਮਿਲਦਾ, ਸ਼ਰਾਬ ਆ ਉਹ ਚੋਂ ਪੈਸਾ ਮਿਲਦਾ, ਟਰਾਂਸਪੋਰਟ ਚੋਂ ਪੈਸਾ ਮਿਲਦਾ। ਸਾਰੀਆਂ ਨੀਤੀਆਂ ਬਦਲ ਕੇ ਇੱਕ ਪੈਸੇ ਇਕੱਠੇ ਕਰਨ ਦੀ ਮੁਹਿੰਮ ਚਲਾ ਲਈ। ਹੁਣ ਜਦੋਂ ਤੁਸੀਂ ਪੈਸਾ ਇਕੱਠਾ ਕਰ ਲਿਆ, ਜਦੋਂ ਤੁਸੀਂ ਵਿਰੋਧੀਆਂ ਨੂੰ ਮਾਰਨਾ ਦਬਾਉਣਾ, ਤਾਂ ਤੁਹਾਨੂੰ ਗੁੰਡਿਆਂ ਦੀ ਲੋੜ ਆ, ਬਦਮਾਸ਼ਾਂ ਦੀ ਲੋੜ ਆ। ਉਹਦੇ ਵਿੱਚੋਂ ਮਾਫੀਆ ਪੈਦਾ ਵੀ ਹੋਏ, ਉਹਦੇ ਵਿੱਚੋਂ ਗੈਂਗਸਟਰ ਪੈਦਾ ਵੀ ਹੋਏ। ਤੁਸੀਂ ਲੱਖੇ ਸਿਧਾਣੇ ਦੀ ਗੱਲ ਸੁਣ ਲਓ ਜੀ, ਕਿ ਕਿਵੇਂ ਮੈਨੂੰ ਮਲੂਕੇ ਨੇ ਢਾਲਿਆ, ਕਿਵੇਂ ਮੈਨੂੰ ਮਲੂਕੇ ਨੇ ਭੋਸਿਆ, ਤੇ ਕਿਵੇਂ ਮੈਨੂੰ ਵਰਤਿਆ। ਬਾਕੀ ਤੁਸੀਂ ਦੇਖ ਲਓ ਜੀ। ਇਸ ਕਰਕੇ ਜਿਹੜੇ ਵਿਦਿਆਰਥੀਆਂ ਦੇ ਵਿੱਚ ਜਿੱਥੇ ਕੋਈ ਚੋਣ ਹੁੰਦੀ ਸੀ, ਜਿਹੜੇ ਵਿਦਿਆਰਥੀਆਂ 'ਚ ਕਣ ਸੀ, ਇਹ ਜਿਹੜੇ ਗੈਂਗਸਟਰ ਬਣੇ ਨੇ ਬਾਈ ਜੀ, ਇਹ ਕੋਈ ਮਾੜੇ ਬੰਦੇ ਨਹੀਂ ਸੀ। ਇਹ ਮੈਂ ਕੱਲ ਵੀ ਜ਼ਿਕਰ ਤੁਸੀਂ ਇਹਨਾਂ ਦਾ ਪਿਛੋਕੜ ਦੇਖੋ, ਪਰਿਵਾਰਕ ਪਿਛੋਕੜ ਦੇਖੋ, ਇਹਨਾਂ ਦੀਆਂ ਪ੍ਰਾਪਤੀਆਂ ਦੇਖੋ, ਲਾਰੈਂਸ ਬਿਸ਼ਨੋਈ ਦੇਖੋ, ਵਿੱਕੀ ਗੌਂਡਰ ਦੇਖੋ, ਹੋਰ ਦੇਖੋ, ਉਹ ਆਪਾਂ ਦੇ ਖੇਤਰਾਂ 'ਚ ਮਾਹਰ ਸੀ। ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ, ਰੁਜ਼ਗਾਰ ਬੰਦ ਹੋ ਗਿਆ, ਉਹਨਾਂ ਨੂੰ ਗੁਰਗਿਆਂ ਵਾਂਗੂ ਵਰਤਣਾ ਸ਼ੁਰੂ ਕੀਤਾ। ਜਦੋਂ ਵੱਡਾ ਪੈਸਾ ਸ਼ਾਮਲ ਹੋ ਗਿਆ, ਉਹਦੇ ਖਾਤਰ ਗੈਂਗਸਟਰਾਂ ਦੀ ਲੋੜ ਪਈ। ਇਹ ਅਕਾਲੀ ਤੇ ਕਾਂਗਰਸੀਆਂ ਦੀ ਬੀਜੀ ਹੋਈ ਫਸਲ ਆ, ਪਾਈ ਹੋਈ ਫਸਲ ਆ, ਪੜੋਸੀ ਹੋਈ ਫਸਲ ਆ। ਇਹਨੂੰ ਇਹ ਚੋਣਾਂ 'ਚ ਵੀ ਵਰਤਦੇ ਨੇ, ਆਪਣੇ ਵਪਾਰ ਨੂੰ ਸੁਰੱਖਿਅਤ ਖਾਤਰ ਵੀ ਵਰਤਦੇ ਨੇ। ਇਸੇ ਸਮੇਂ ਦੌਰਾਨ ਇੱਕ ਕਬੱਡੀ ਆ ਗਈ। ਹਰਮਨ ਸਿੰਘ ਬਹੁਤ ਪਿਆਰੇ ਲੇਖ ਨੇ, ਲੱਖਾਂ ਤੋਂ ਕਬੱਡੀ ਹੋਈ, ਲੱਖਾਂ ਦੀ ਮੁੜ ਕੇ ਕਰੋੜਾਂ ਦੀ ਹੋ ਗਈ। ਬਿਲਕੁਲ ਠੀਕ ਹੈ। ਲੀਗਾਂ ਬਣ ਗਈਆਂ, ਪੰਜਾਬ ਦੇ ਵਿੱਚ ਵਿਸ਼ਵ ਕਬੱਡੀ ਕੱਪ ਸ਼ੁਰੂ ਹੋ ਗਏ। ਇਹ ਸਾਰਾ ਗੈਂਗਸਟਰਵਾਦ ਉਹਦੇ ਵਿੱਚ ਸ਼ਾਮਲ ਹੋ ਗਿਆ। ਕਿਹਨੇ ਕਿੱਥੇ ਖੇਡਣਾ, ਕਿਹਨੇ ਕਿਤੇ ਨਹੀਂ ਖੇਡਣਾ, ਕਿਉਂਕਿ ਜਦੋਂ ਕਰੋੜਾਂ ਦਾ ਵਪਾਰ ਹੋ ਜਾਏ ਸ਼ਾਮਲ ਹੋ ਜਾਣਾ। ਆਹੀ ਮਨੋਰੰਜਨ ਇੰਡਸਟਰੀ ਦਾ ਹੋਇਆ। ਜਿਹੜਾ ਖਾੜਾ 30,000 ਦਾ ਲੱਗਦਾ ਸੀ, ਉਹ 30 ਲੱਖ ਦਾ ਲੱਗਣ ਲੱਗ ਗਿਆ। ਜਿਹੜਾ ਗੀਤ ਸੀ ਜਿਹਤੋਂ 1 ਲੱਖ ਰੁਪਈਆ ਕਮਾਈ ਹੁੰਦੀ ਸੀ, ਉਹ ਤਾਂ 20 ਕਰੋੜ ਕਮਾਈ ਹੋਣ ਲੱਗ ਗਈ। ਤੇ ਉਹੀ ਜਿਹੜੇ ਗੈਂਗਸਟਰ ਨੇ, ਉਹਨਾਂ ਨੇ ਹਿੱਸੇ ਮਿਲਣੇ ਸ਼ੁਰੂ ਕਰਤੇ। ਇੱਕ ਟਰੈਕ ਸਾਨੂੰ ਦਿਓ ਜੀ, ਇੰਨੇ ਪੈਸੇ ਕਮਾਉਣੇ ਹੋ, ਇਹ ਤੁਸੀਂ ਪ੍ਰੋਟੈਕਸ਼ਨ ਮਨੀ ਨਹੀਂ ਦਿਓਗੇ, ਤੁਹਾਡੇ ਕੰਮ ਨਹੀਂ ਚੱਲਣ ਦੇਵਾਂਗੇ। ਸੋ ਇਹ ਜਿਹੜਾ ਗੈਂਗਸਟਰ ਵਰਤਾਰਾ, ਜਿਹੜਾ ਮੈਂ ਹੁਣੇ ਸੁਣੀ ਸੀ ਨਾ ਵੀ ਲਾਰੈਂਸ ਬਿਸ਼ਨੋਈ ਦਾ ਭਾਣਜਾ ਭਤੀਜਾ ਜੋ ਬੋਲ ਰਿਹਾ, ਇਹ ਜਿਹੜੀ ਸੂਰਮਗਤੀ ਆ ਨਾ, ਜਿਹੜੀ ਪੰਜਾਬ ਉਹਦਾ ਸਤਿਕਾਰ ਕਰਦਾ।
ਜੀ ਪੰਜਾਬ ਦੇ ਵਿਰਸੇ ਦੇ ਵਿੱਚ ਪਈਆ ਸੂਰਮਗਤੀ ਦੀ ਗੱਲ, ਹਥਿਆਰਾਂ ਦੀ ਗੱਲ, ਲੜਾਈ ਦੀ ਗੱਲ, ਪਰ ਉੱਥੇ ਪਈਆ ਜਦੋਂ ਉਹ ਸਮਾਜਿਕ ਸਰੋਕਾਰਾਂ ਨੂੰ ਮੁੱਖ ਰੱਖ ਕੇ ਲੜਦੇ, ਜੀ ਚਾਹੇ ਉਹ ਬੋਤਾ ਸਿੰਘ ਹੋਵੇ, ਗਰਜਾ ਸਿੰਘ ਹੋਵੇ, ਮਤਲਬ ਜਾਂ ਉਹ ਮੱਥੇ ਰੰਗੜ ਦਾ ਸਿਰ ਵੱਢਣ ਵਾਲੇ ਹੋਣ, ਵਿਅਕਤੀਗਤ ਹੋਣ ਉਹ ਚਾਹੇ, ਜਾਂ ਕਈ ਡਾਕੂ ਇਹੋ ਜਿਹੇ ਸੀ ਜਿਹੜੇ ਡਾਕੇ ਮਾਰਦੇ ਸੀ। ਸਾਡੇ ਇਲਾਕੇ 'ਚ ਦਰਬਾਰਾ ਡਾਕੂ ਸੀ, ਉਹ ਡਾਕੇ ਮਾਰਦਾ ਸੀ, ਗਰੀਬਾਂ ਦੀ ਕੁੜੀਆਂ ਦੇ ਵਿਆਹ ਕਰਦਾ ਸੀ। ਯਾਨੀ ਇਹ ਸਾਡੇ ਇਤਿਹਾਸ ਦੇ ਵਿੱਚ ਇਹ ਗੱਲ ਪਈ ਆ ਸਾਰੇ ਕਾਸੇ 'ਚ। ਪਰ ਇਹ ਜਿਹੜਾ ਗੈਂਗਸਟਰਿਜ਼ਮ ਹੈ ਨਾ ਜੀ, ਇਹਦਾ ਕੋਈ ਸਮਾਜਿਕ ਸਰੋਕਾਰਾਂ ਨਾਲ ਤਾਲੁਕ ਨਹੀਂ ਜੀ, ਇਹਦਾ ਕੋਈ ਸਮਾਜ ਨਾਲ ਤਾਲੁਕ ਨਹੀਂ, ਸਮਾਜ ਨੂੰ ਬਦਲਣ ਨਾਲ ਤਾਲੁਕ ਨਹੀਂ। ਇਹ ਤਾਂ ਇੱਕ ਪੈਸੇ ਕਮਾਉਣ ਦੀ ਮਸ਼ੀਨ ਆ। ਸੋ ਇਸ ਕਰਕੇ ਇਹ ਵਰਤਾਰਾ ਜਿਹੜਾ ਇਹ ਹੁਣ ਇਹ ਬਣ ਗਿਆ ਵੀ ਜਿਹੜਾ ਵੀ ਮਸ਼ਹੂਰ ਆ, ਜਿਹਦੇ ਪੱਲੇ ਕੁਛ ਆ ਜੀ, ਉਹ ਸਾਨੂੰ ਕੁਛ ਦੇਵੇ, ਜੇ ਉਹਨੇ ਜਿਉਣਾ ਤੇ ਬਸਣਾ, ਨਹੀਂ ਅਸੀਂ ਮਾਰਾਂਗੇ। ਠੀਕ ਹੈ। ਤੇ ਇਸ ਵਰਤਾਰੇ ਨੂੰ ਅਕਾਲੀਆਂ ਤੇ ਕਾਂਗਰਸੀਆਂ ਨੇ ਪੂਰੀ ਸ਼ਹਿਦ ਦੀ ਪਾਲਿਆ, ਪਲੋਸਿਆ ਤੇ ਜਵਾਨ ਕੀਤਾ। ਸੋ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਆ, ਸਿੱਧੂ ਮੂਸੇਵਾਲਾ ਠੀਕ ਆ, ਹਥਿਆਰਾਂ ਦੀ ਗੱਲ ਕੌਣ ਨਹੀਂ ਕਰਦਾ ਜੀ, ਪਰ ਉਹਨੇ ਹਥਿਆਰਾਂ ਦੀ ਜਿਹੜੀ ਗੱਲ ਕੀਤੀ ਹੈ ਨਾ, ਉਹਨੇ ਰੈਜ਼ਿਸਟੈਂਸ ਖਾਤਰ ਕੀਤੀ ਆ, ਸਵੈਮਾਨ ਖਾਤਰ ਕੀਤੀ ਆ, ਉਹਦੇ ਹੰਕਾਰ ਵੀ ਉਪਜਦਾ। ਤੇ ਉਹਨੇ ਇਹ ਜਿਹੜਾ ਇਹ ਬਾਪ ਜਿਹੜੇ ਇਹ ਗੈਂਗਸਟਰ ਨੇ ਜੀ, ਇਹਨਾਂ ਨੂੰ ਚੈਲੰਜ ਕੀਤਾ ਵੀ ਮੈਨੂੰ ਨਹੀਂ ਪੈਸੇ ਦੇਣੇ ਤੁਹਾਨੂੰ। ਹਰ ਇੱਕ ਗੀਤਕਾਰ ਤੋਂ ਕਹਿੰਦੇ ਨੇ ਇੱਕ ਟਰੈਕ ਸਾਨੂੰ ਦਿਓ, 10ਵਾਂ ਟਰੈਕ ਸਾਨੂੰ ਦਿਓ, ਨਹੀਂ ਐ ਕਰਾਂਗੇ। ਬਾਲੇ ਥੱਲੇ ਲਾ ਕੇ ਇਹਨੇ ਵਿਰੋਧ ਕੀਤਾ, ਠੀਕ ਆ। ਕਈ ਨੈਸ਼ਨਲ ਗਰੁੱਪ ਦੀ ਹਮਾਇਤ ਆ ਗਏ, ਦੁਸ਼ਮਣ ਦੋਸਤ ਬਣ ਜਾਂਦਾ। ਮੈਨੂੰ ਨਹੀਂ ਪਤਾ ਗੱਲ ਕੀ ਆ, ਸੱਚੀ ਕੀ ਆ, ਝੂਠੀ ਕੀ ਆ, ਪਰ ਇਹ ਬੰਦੇ ਨੇ ਆਪਣੀ ਧਰਤ ਨਾਲ ਜੁੜਿਆ ਜੀ। ਫਿਰ ਜਦੋਂ ਇਹਨੇ ਮਹਿਸੂਸ ਹੋਇਆ ਵੀ ਸਿਆਸਤ ਨੂੰ ਸੁਧਾਰੇ ਬਿਨਾਂ, ਸਿਆਸਤ ਚਾਹੇ ਬਿਨਾਂ ਇਹ ਮਸਲੇ ਹੱਲ ਨਹੀਂ ਹੋਣੇ, ਇਹ ਸਿਆਸਤ ਚ ਆਇਆ। ਤੇ ਸਿਆਸਤ ਦੇ ਵਿੱਚ ਆਪਦੀਆਂ ਇੰਪਲੀਕੇਸ਼ਨ ਨੇ। ਇੱਕ ਬੰਦਾ ਪਿੰਡ ਨਾਲ ਜੁੜ ਗਿਆ, ਮਾਂ-ਬਾਪ ਨਾਲ ਜੁੜ ਗਿਆ, ਖੇਤੀ ਕਰਦਾ, ਸਾਰਾ ਕੁਝ ਕਰਦਾ, ਇਹ ਦੁਨੀਆ ਦਾ ਮਸ਼ਹੂਰ ਪੌਪ ਗਾਇਕੀ ਹੈ, ਇਹ ਚੈਲੰਜ ਵੀ ਕਰਦਾ। ਇਸ ਕਰਕੇ ਇਹਨੂੰ ਮਾਰਿਆ ਇਸ ਕਰਕੇ ਆ ਵੀ ਤਾਂ ਕਿ ਲੋਕਾਂ 'ਚ ਦਹਿਸ਼ਤ ਪੈ ਜੇ। ਇਹ ਅਗਲਾ ਕਹੂ ਯਾਰ ਇਹ ਸਿੱਧੂ ਨੂੰ ਮਾਰਨਾ, ਜਿਹਦੇ ਕੋਲੇ ਆਪਣੀ ਬੁਲਟ ਪ੍ਰੂਫ ਵੀ ਸੀ, ਜਿਹਦੇ ਕੋਲੇ ਸਿਕਿਉਰਿਟੀ ਵੀ ਸੀ, ਜਿਹਦੇ ਕੋਲ ਇਹ ਸੀ, ਤੇ ਆਪਾਂ ਬਾਕੀ ਕਿੱਥੇ ਸੇਫ ਆ? ਬਾਈ ਜੀ ਜਿਹੜਾ ਇਹਨੂੰ ਲੱਖ ਦੇ ਸਕਦਾ ਉਹ ਲੱਖ ਲਓ, ਜਿਹੜਾ 2 ਲੱਖ ਦੇ ਸਕਦਾ 2 ਲੱਖ ਦਊ, ਤੇ ਬਾਕੀ ਇਹਨਾਂ ਦੇ ਇਕੱਲੇ ਗਾਇਕਾਂ ਤੋਂ ਨਹੀਂ, ਇਹਨਾਂ ਨੇ ਹੋਰਾਂ ਤੋਂ ਪੈਸੇ ਮੰਗਣੇ ਨੇ। ਇਹ ਜਿਹੜਾ ਵਰਤਾਰਾ ਇਹ ਮਾਫੀਆ ਇੱਕ ਜੀ, ਲੈਂਡ ਮਾਫੀਆ, ਸੈਂਡ ਮਾਫੀਆ, ਫਲਾਨਾ ਮਾਫੀਆ, ਇੱਕ ਮਾਫੀਆ ਜਿਹੜਾ ਸਟੇਟ ਨੂੰ, ਸਰਕਾਰਾਂ ਨੂੰ ਫਿੱਟ ਪੈਂਦਾ। ਤੇ ਮੈਂ ਤੁਹਾਨੂੰ ਇਹ ਦੱਸਦਾ, ਜਿਹੜੇ ਜੇ ਕੋਈ ਮਰੂ ਨਾ ਤਾਂ ਮਰੂ ਉਹ ਜਿਹੜਾ ਇਹਨਾਂ ਦਾ ਵਿਰੋਧ ਕਰਦਾ ਜਾਂ ਇਹਨਾਂ ਦੀਆਂ ਹਦਾਇਤਾਂ ਦੇ ਪੈਸੇ ਇਕੱਠੇ ਕਰਦਾ। ਨਾ ਕੋਈ ਸ਼ਾਰਪ ਸ਼ੂਟਰ ਮਰਨਾ, ਨਾ ਕੋਈ ਇਹ ਜਿਹੜੇ ਗੈਂਗਸਟਰ ਨੇ ਇਹ ਮਰਨੇ ਨੇ। ਇਹਦਾ ਮਤਲਬ ਇਹ ਹੈ ਵੀ ਲੋਕਾਂ ਤੇ ਐਡੀ ਦਹਿਸ਼ਤ ਪਾ ਲਓ ਜੀ ਵੀ ਯਾਰ ਲੋਕ ਚੁੱਪ ਕਰਦੇ। ਜੇ ਫਾਸਿਜ਼ਮ ਆ ਉਹੀ ਚਾਹੁੰਦਾ, ਕੋਈ ਗੁੰਡਾ ਬਦਮਾਸ਼ ਸੰਦੀਪ ਨੰਬੀ, ਉਹ ਸੰਦੀਪ ਨੰਬੀਆਂ ਦਾ ਕਤਲ ਜੀ, ਚਲੋ ਦੀਪ ਸਿੱਧੂ ਆ, ਉਹਦੀ ਐਕਸੀਡੈਂਟ ਚ ਮੌਤ ਹੋਈ ਆ, ਮੈਂ ਉਹ ਬਾਹਰੀ ਬਹਿਸ ਨਹੀਂ ਪੈਂਦਾ। ਪਰ ਇਹ ਲੋਕ ਜਿਹੜੇ ਪੰਜਾਬ ਦੇ ਲੋਕ ਨੇ ਨਾ ਜੀ, ਉਹਨਾਂ ਦਾ ਸਿਆਸਤਦਾਨਾਂ ਤੋਂ ਭਰੋਸਾ ਉੱਠ ਗਿਆ। ਬਿਲਕੁਲ ਠੀਕ ਹੈ। ਉਹ ਜੜ੍ਹਾਂ ਨਾਲ ਟੁੱਟ ਗਏ, ਵਿਚਾਰ ਨਾਲ ਟੁੱਟ ਗਏ, ਬੰਦੇ ਦੇ ਤੇ ਬੰਦੇ ਦੇ ਵਿਰੋਧੀ ਵਾਲੇ ਪਾਸੇ ਰੱਬ ਉਹਨਾਂ ਨੂੰ ਲੱਗਿਆ ਵੀ ਯਾਰ ਦੀਪ ਸਿੱਧੂ ਕੁਛ ਕਰ ਸਕਦਾ। ਹਾਲਾਂਕਿ ਕਿਸਾਨ ਅੰਦੋਲਨ ਚ ਉਹਦਾ ਰੋਲ ਬੜਾ ਨੈਗੇਟਿਵ ਸੀ, ਪਰ ਜਦੋਂ ਉਹਦੀ ਡੈਥ ਹੋਈ ਤੁਸੀਂ ਦੇਖੋ ਲੋਕ ਟੁੱਟ ਕੇ ਪੈ ਗਏ ਸਰਕਾਰ ਤੇ, ਉਹਦੇ ਹੱਕ ਬਰਦਾਸ਼ਤ ਤੇ। ਨੰਗਲਮੀਆਂ ਤੇ ਵੀ ਇਹੀ ਹੋਇਆ। ਮੂਸੇ ਵਾਲਾ ਸਿਆਸਤ ਚ ਆਇਆ, ਹੁਣ ਉਹਦੇ ਐ ਥੋੜੋ ਹਥਿਆਰਾਂ ਨੂੰ ਪ੍ਰਮੋਟ ਕਰਦਾ ਸੀ ਉਹ,
ਉਹਦੇ ਹੋਰ ਗੀਤ ਕਿੰਨੇ ਵੱਡੇ ਨੇ ਜੀ, ਕਿੰਨੇ ਵਧੀਆ ਨੇ ਗੀਤ। ਹਾਂਜੀ, ਤੁਸੀਂ ਉਹਦੇ ਇੰਟਰਵਿਊ ਸੁਣੋ, ਗੱਲ ਕਰੋ, ਉਹ ਆਪ ਕਹਿੰਦਾ ਮੈਂ ਗਲਤੀਆਂ ਕੀਤੀਆਂ ਨੇ, ਮੈਂ ਗਲਤੀਆਂ ਸੁਧਾਰ ਲਈਆਂ ਨੇ। ਬਿਲਕੁਲ ਠੀਕ, ਮੈਂ ਕਰਦਾ ਰਿਹਾ ਗਲਤੀਆਂ। ਤੇ ਇਹ ਜਿਹੇ ਬੰਦੇ ਇਹ ਸਿਸਟਮ ਨੂੰ ਪ੍ਰਵਾਨ ਨਹੀਂ ਹੈਗੇ। ਇਹ ਨਹੀਂ ਹੈ ਵੀ ਇਹ ਸਿੱਧੂ ਮੂਸੇਵਾਲੇ ਦਾ ਕਤਲ ਆ, ਇੱਕ ਡਾਇਰੈਕਸ਼ਨ ਦਾ ਕਤਲ ਆ, ਇੱਕ ਸੋਚ ਦਾ ਕਤਲ ਆ। ਵੀ ਜੇ ਇੱਧਰਲੇ ਪਾਸੇ ਨੂੰ ਤੁਰੋਗੇ ਨਾ ਵੀ ਮੈਂ ਸਮਾਜ ਸੁਧਾਰਨਾ, ਮੈਂ ਆਹ ਕਰਨਾ, ਮੈਂ ਆਹ ਕਰਨਾ, ਆਹ ਕਰਨਾ, ਇਹ ਨਹੀਂ ਅਸੀਂ ਹੋਣ ਦੇਣਾ। ਮੈਂ ਇਸ ਮਾਮਲੇ ਨੂੰ ਇਸ ਪ੍ਰਸੰਗ 'ਚ ਇੰਜੇ ਸੋਚਦਾ ਜੀ। ਤੁਹਾਡੀ ਮਾਲੀ ਸਾਹਿਬ ਮਤਲਬ ਤੁਹਾਡਾ ਇਹੀ ਹੈ ਇੱਕ ਪਰਸਪੈਕਟਿਵ ਕਿ ਇਸ ਤੋਂ ਇਲਾਵਾ ਹੋਰ ਵੀ ਹੈ, ਕਿਉਂਕਿ ਜਦੋਂ ਠੀਕ ਹੈ ਦੀਪ ਸਿੱਧੂ ਬਾਈ ਵਾਲੀ ਗੱਲ ਆਪਾਂ ਐਕਸੀਡੈਂਟ ਕਰਕੇ ਹੋਇਆ, ਉਹ ਵੀ ਵਿੱਚ ਵਿਚਾਲੇ ਰਹਿ ਗਿਆ ਮਸਲਾ, ਪਰ ਦੀਪ ਸਿੱਧੂ ਦਾ ਜੋ ਟਰੈਕ ਸੀ ਉਹ ਹੋਰ ਸੀ, ਸਿੱਧੂ ਮੂਸੇਵਾਲਾ ਦਾ ਹੋਰ ਸੀ। ਕੱਲ ਦੀ ਜੇ ਆਪਾਂ ਜੋ ਲੰਘਿਆ ਦਿਨ ਹੈ, ਉਦੋਂ ਤੱਕ ਜੇ ਪਿਛਲੇ 3-4 ਦਿਨ ਦਾ ਜੋ ਮਸਲਾ, ਜੋ ਚੀਜ਼ਾਂ ਨਿਕਲ ਕੇ ਆ ਰਹੀਆਂ, ਵੱਡਾ ਜਿਹੜਾ ਸਾਫ਼ ਸ਼ੀਸ਼ੇ ਵਾਂਗ ਕ੍ਰਿਸਟਲ ਕਲੀਅਰ ਨਜ਼ਰ ਤਾਂ ਇਹੀ ਆ ਰਿਹਾ ਜੋ ਤੁਸੀਂ ਕਿਹਾ, ਠੀਕ ਹੈ। ਤੇ ਜੇ ਆਪਾਂ ਦੂਜਾ ਐਂਗਲ ਜਿਹੜਾ ਹੁਣ ਉੱਠਣ ਲੱਗ ਗਿਆ, ਜਿਹੜੇ ਲੋਕ ਜਦੋਂ ਸੰਸਕਾਰ ਵੀ ਹੋਇਆ ਵੀ ਭਗਵੰਤ ਮਾਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਜਿਹੜੇ ਕੋਈ ਚਲੋ ਮੈਂ ਮੰਨ ਲੈਂਦਾ ਕੋਈ ਅਲੜ ਨੌਜਵਾਨ ਨੇ ਜਿਨ੍ਹਾਂ ਨੂੰ ਬਹੁਤੀ ਨੌਲੇਜ ਨਹੀਂ ਹੈ, ਉਹ ਕਹਿ ਦਿੰਦੇ ਆ, ਕਹੀ ਜਾਂਦੇ ਆ ਵੀ ਸਰਕਾਰ ਨੇ ਬੰਦਾ ਮਰਾਤਾ, ਭਗਵੰਤ ਮਾਨ ਨੇ ਬੰਦਾ ਮਰਾਤਾ। ਔਰ ਹੁਣ ਮੈਂ ਜ਼ਿਆਦਾ ਵੈਸੇ ਇਸ ਦੀ ਡੂੰਘਾਈ 'ਚ ਜਾਣਾ ਨਹੀਂਗਾ, ਪਰ ਮੈਂ ਤੁਹਾਡੇ ਤੋਂ ਇੱਕ ਰਿਐਕਸ਼ਨ ਲੈਣਾ, ਕਿਉਂਕਿ ਤੁਸੀਂ ਬਹੁਤ ਬਿਹਤਰ, ਮੈਂ ਵਾਰ-ਵਾਰ ਕਹਿ ਰਿਹਾ, ਕਿਉਂਕਿ ਤੁਸੀਂ ਜਿੰਨਾ ਪੜ੍ਹ ਚੁੱਕੇ ਹੋ ਇਤਿਹਾਸ 'ਚ, ਤੁਹਾਨੂੰ ਜਿੰਨਾ ਪਤਾ ਹੈ, ਜੂਨ ਦਾ ਮਹੀਨਾ ਚੱਲ ਰਿਹਾ, ਤੁਸੀਂ ਸਮਝ ਜਾਓਗੇ ਮੇਰਾ ਸਵਾਲ ਕਿੱਥੇ ਕੁ ਜਾ ਰਿਹਾ, ਕਿ ਇਹ ਹੁਣ ਕਨੈਕਸ਼ਨ ਇਹਦਾ ਹੋਰ ਪਾਸੇ ਵੀ ਬਣਾਇਆ ਜਾ ਰਿਹਾ, ਕਿ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ ਇਕੱਲਾ ਗੈਂਗ ਵਾਰ ਨਹੀਂ, ਉਹਨਾਂ ਤੋਂ ਉੱਪਰ ਵੀ ਕੁਝ ਹੈ। ਮੈਂ ਕਈ ਇੰਟਰਵਿਊਜ਼ ਕੱਲ ਸੁਣੇ ਆ, ਜਿਹੜੇ ਤੁਸੀਂ ਗੱਲ ਕੀਤੀ ਹੈ ਨਾ ਕਿ ਜਿਹੜੇ ਆ ਗੈਂਗਸਟਰਸ ਵੀ ਬਣੇ ਆ, ਮੈਂ ਕੱਲ ਵੀ ਆਪਣੇ ਸ਼ੋਅ 'ਚ ਕਿਹਾ, ਪਰਸੋਂ ਵੀ ਕਿਹਾ ਵੀ ਉਹ ਵੀ ਇੱਕ ਮਾਂ ਦੇ ਪੋਤੀ ਹੈ, ਉਹ ਵੀ ਕੋਈ ਢਿੱਡੋਂ ਗੈਂਗਸਟਰ ਨਹੀਂ ਜੰਮੇ ਹੈਗੇ, ਬਣ ਕੇ ਆਏ, ਉਹ ਵੀ ਸਾਡੇ ਵਿੱਚੋਂ ਹੀ ਨੇ, ਸਾਡੇ ਵਰਗੇ ਇਨਸਾਨ ਨੇ। ਕੋਈ ਨਾ ਕੋਈ ਘਟਨਾ ਅਜਿਹੀ ਉਹਨਾਂ ਨਾਲ ਹੋ ਜਾਂਦੀ ਆ, ਹੋਈ ਹੋਊਗੀ ਕਿ ਉਹ ਗਲਤ ਟਰੈਕ ਤੇ ਚਲੇ ਗਏ, ਕਰੈਕਟਰ ਸੋਚ ਬਦਲ ਗਈ, ਮਾਈਂਡ ਗੇਮ ਬਦਲ ਗਈ, ਪਰ ਉਹ ਹੈ ਇਨਸਾਨ ਹੀ ਨਹੀਂ। ਤੁਸੀਂ ਇਸ ਨੂੰ ਕੋਈ ਇਸ ਤੋਂ ਵੱਡਾ ਵੀ ਕੋਈ ਦੂਰ ਬਿੰਦੂ ਦੇਖਦੇ ਹੋ, ਜੇ ਆਪਾਂ ਦੂਰ ਦਾ ਸੋਚੀਏ ਕਿ ਇਸ ਤੋਂ ਉੱਪਰ ਵੀ ਹੈ ਕੁਝ ਜੁੜਿਆ ਹੋਇਆ? ਦੇਖੋ ਜੀ, ਭਗਵੰਤ ਮਾਨ ਸਰਕਾਰ ਆ ਜਿਹੜੀ, ਉਹ ਇਹਨੂੰ ਮਰਵਾਉਣ 'ਚ ਭੋਰਾ ਵੀ ਜ਼ਿੰਮੇਵਾਰ ਨਹੀਂ। ਭਗਵੰਤ ਮਾਨ ਸਰਕਾਰਾਂ ਨੇ ਸੰਤਵਾਦ ਸਰਕਾਰਾਂ ਮਤਲਬ ਮਸਲੇ ਨੂੰ ਸੋਚਦੀ ਨਹੀਂ, ਵਿਚਾਰਦੀ ਨਹੀਂ, ਉਹਦਾ ਹੱਲ ਨਹੀਂ ਪੇਸ਼ ਕਰਦੀ। ਤੁਸੀਂ ਦੇਖੋ ਸਿਕਿਉਰਿਟੀ ਹਟਾਈ ਆ, ਕਹਿੰਦੇ ਨੇ ਪਹਿਲਾਂ ਵੀ ਹਟਦੀ ਸੀ, ਉਹ ਸਿਕਿਉਰਿਟੀ ਆ ਜਿਹੜੀ ਹੁਣ ਕਿਹਾ ਜਾਂਦਾ ਕਿ ਉਹ ਤਾਂ ਸਿਰਫ ਬਲੂ ਸਟਾਰ ਦਾ ਦਰਬਾਰ ਸਾਹਿਬ ਤੇ ਫੌਜੀ ਹਮਲੇ ਉਹਦੇ ਕਰਕੇ ਸੀ, ਫੋਰਸ ਸਾਨੂੰ ਲੋੜ ਚਾਹੀਦੀ ਸੀ, 10 ਕੰਪਨੀਆਂ ਮੰਗੀਆਂ ਸੀ, ਪਰ ਇਹਨਾਂ ਨੇ ਕੀ ਪੇਸ਼ ਕੀਤਾ? ਇਹਨਾਂ ਨੇ ਪੇਸ਼ ਕੀਤਾ VVIP ਜਿਹੜਾ ਉਹ ਆ, ਉਹ ਤੇ ਇੱਕ ਹੋਰ ਵੱਡਾ ਹਮਲਾ। ਭਗਵੰਤ ਮਾਨ ਸਰਕਾਰ ਨੇ ਇੰਨੀ ਸਿਕਿਉਰਿਟੀ ਹਟਾ ਲਈ ਜੀ, ਜਿਹੜੀ ਉਹ ਸਿਕਿਉਰਿਟੀ ਹਟਾਈ ਆ, ਜਿਹੜੀ ਉਹ ਲਿਸਟ ਹਰ ਇੱਕ ਪੱਤਰ ਦੇ ਹਰ ਇੱਕ ਪੰਨੇ ਤੇ ਲਿਖਿਆ ਹੈ ਸੀਕ੍ਰੇਟ ਆ, ਇਹਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਬਲੰਡਰ ਕੀਤੀ ਜੀ, ਫਸ ਗਏ ਉਹ 'ਚ, ਤੇ ਅੱਜ ਹਾਈ ਕੋਰਟ 'ਚ ਕੀ ਬਿਆਨ ਦਿੱਤਾ? ਯੂ ਟਰਨ। ਇਹ ਐਲਾਨਮਤ ਸਰਕਾਰ ਆ ਜਿਹੜੀ, ਨਹੀਂ ਇਹਨੂੰ ਰੋਗ ਦਾ ਨਹੀਂ ਪਤਾ, ਇਹਨੂੰ ਇਲਾਜ ਦਾ ਨਹੀਂ ਪਤਾ, ਇਹ ਇੱਥੇ ਮਾਰ ਖਾ ਰਹੀ ਹੈ ਜੀ। ਮੈਂ ਕਹਿੰਦਾ ਤੁਹਾਨੂੰ ਮੈਂ ਇੱਕ ਵੱਡੀ ਗੱਲ ਕਹਿਣਾ ਜੀ, ਉਹਦੀ ਸਿਕਿਉਰਿਟੀ ਬਿਲਕੁਲ ਘੱਟ ਨਾ ਕਰਦੇ, ਉਹ ਆਪਦੀ ਬੁਲਟ ਪ੍ਰੂਫ ਕਾਰ 'ਚ ਜਾਂਦਾ। ਬਾਈ ਜੀ, ਜਿਹੜੇ ਤਰੀਕੇ ਨਾਲ ਹਮਲਾ ਕੀਤਾ, ਜਿਹੜੀ 94 ਗਨ ਵਰਤੀ ਗਈ ਹੈ, ਉਹ ਤਾਂ ਵਰਤੀ ਉਹ ਬੁਲਟ ਪ੍ਰੂਫ ਕਾਰ 'ਚ ਬਣਾਉਣ ਲਈ ਆ, ਫਿਰ ਵੀ ਉਹ ਮਾਰਿਆ ਜਾ ਸਕਦਾ ਸੀ। ਫਿਕਰ ਦੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਨੈਸ਼ਨਲ ਕਲਚਰ ਆ ਜਿਹੜਾ, ਉਹ ਕਿੱਡਾ ਸਮਰਥਾਵਾਨ ਹੋ ਗਿਆ ਜੀ। ਫਿਕਰ ਦੀ ਗੱਲ ਇਹ ਆ, ਤੇ ਉਸ ਪਾਸੇ ਕਿਸੇ ਦਾ ਕੋਈ, ਹਾਂ
ਹੁਣ ਆ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਰਾਸ਼ਟਰਪਤੀ ਰਾਜ ਲਾਓ, ਕੀ ਹੋ ਜੂਗਾ ਰਾਸ਼ਟਰਪਤੀ ਰਾਜ ਅਸੀਂ ਦੇਖਿਆ ਨਹੀਂ, ਫਿਰ ਤਾਂ ਲੋਕਾਂ ਦੀ ਆਵਾਜ਼ ਜਮੀ ਬੰਦ ਹੋ ਜਵਾਬਦੇਹੀ ਵੀ ਜਮੀ ਬੰਦ ਹੋ ਜੂ ਜੀ। ਫਿਰ ਇਹਦਾ ਤਾਂ ਇਹ ਹੱਲ ਥੋੜ੍ਹਾ ਆ। ਸੋ ਇਸ ਕਰਕੇ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਰੇਂਜ ਬੜੀ ਵੱਡੀ ਆ। ਤੇ ਦੂਜੀ ਗੱਲ ਇਹ ਪੰਜਾਬ ਦੇ ਵਿੱਚ ਇੱਕ ਮੁੜ ਕੇ ਰੌਂ ਬਣਾਉਣਾ ਸ਼ੁਰੂ ਕਰਤਾ ਵੀ ਝੂਠੇ ਮੁਕਾਬਲੇ ਬਣਾਓ। ਖਾੜਕੂਵਾਦ ਵਿੱਚ ਵੀ ਰੌਂ ਬਣਾਇਆ ਸੀ। ਪੰਜਾਬ ਦੇ ਲੋਕ ਕਹਿਣ ਲੱਗੇ ਯਾਰ ਇਹ ਜਿਹੜੇ ਗੈਂਗਸਟਰ ਨੇ ਨਾ ਇਹਨੂੰ ਫੜ ਫੜ ਕੇ ਮਾਰੋ। ਭਾਈ ਇਹ ਬੜੀ ਖਤਰਨਾਕ ਖੇਡ ਆ ਜੀ। ਇਹ ਅੱਜ ਗੈਂਗਸਟਰ ਮਾਰੇ ਜਾਣਗੇ ਤੇ ਕੱਲ ਨੂੰ ਮਾਦੀ ਬੱਤੇ ਵੀ ਮਾਰੇ ਜਾਣਗੇ। ਤੁਸੀਂ ਨਿਆਂਇਕ ਪ੍ਰਕਿਰਿਆ ਨੂੰ ਉਲੰਘਣ ਦੀ ਗੱਲ ਕਰਦੇ ਹੋ ਜੀ। ਮੈਨੂੰ ਬਾਈ ਜੀ ਇਹ ਦੱਸੋ, ਇੱਕ ਜੇਲ੍ਹ 'ਚ ਬੰਦੇ ਬੰਦ ਨੇ ਜੀ, ਤੁਸੀਂ ਉਹਨਾਂ ਨੂੰ ਕਾਬੂ ਨਹੀਂ ਕਰ ਸਕਦੇ, ਤੁਸੀਂ ਪੰਜਾਬ ਨੂੰ ਕਾਬੂ ਕਿਵੇਂ ਕਰ ਲਓਗੇ? ਬੰਦੇ ਜੇਲ੍ਹ 'ਚ ਬੰਦ ਨੇ, ਤੁਸੀਂ ਕਹਿੰਦੇ ਹੋ ਜੇਲ੍ਹ ਦੇ ਵਿੱਚੋਂ ਉਹ ਇਹ ਕੰਮ ਕਰਵਾ ਰਹੇ ਨੇ ਜੀ। ਇਹਦਾ ਮਤਲਬ ਸਿਸਟਮ ਐਡਾ ਭ੍ਰਿਸ਼ਟ ਤੇ ਐਡਾ ਕਰਪਟ ਹੋ ਗਿਆ। ਤੇ ਫਿਰ ਦੇਖ ਲਓ ਜੀ ਗੱਲ ਗਾਹ ਬਣੂਗੀ ਜੀ। ਸੋ ਇਸ ਕਰਕੇ ਮੈਂ ਤਾਂ ਬੜਾ ਫਿਕਰਮੰਦ ਹਾਂ। ਦੇਖੋ ਬਹੁਤ ਬੁਰਾ ਕਤਲ ਹੋਇਆ। ਇੱਕ ਬੰਦਾ ਸੀ ਜਿਹੜਾ ਠੀਕ ਆ ਉੱਠਿਆ, ਇਕੱਲਾ ਬੱਚਾ ਸੀ, ਉਹ ਇੱਕ ਲਹਿਰ 'ਚ ਪਿਆ, ਉਹਨੂੰ ਸਮੱਸਿਆਵਾਂ ਆਈਆਂ, ਉਹ ਉੱਥੋਂ ਲੜਿਆ ਭਿੜਿਆ, ਮੁੜ ਕੇ ਉਹ ਪਿੰਡ ਵਸ ਗਿਆ। ਤੁਸੀਂ ਪਿੰਡ ਦੱਸੋ ਜੀ, ਖੇਤੀ ਕਰਨ ਲੱਗ ਗਿਆ, ਮਾਂ ਬਾਪ ਦੀ ਗੱਲ ਕਰਨ ਲੱਗ ਗਿਆ, ਮੈਂ ਤਾਂ ਮਾਂ ਬਾਪ ਤੇ ਰਹਿਣਾ, ਸਿਕਿਉਰਿਟੀ ਵੀ ਆਪਦੀ ਬਣਾਈ, ਪੈਸੇ ਵੀ ਕਹਿੰਦਾ ਬਹੁਤ ਕਮਾ ਲਏ। ਅਸੀਂ ਹੁਣ ਜਦੋਂ ਕਹਿੰਦੇ ਬਾਹਰ ਲਿਓ ਤੁਸੀਂ ਵਾਪਸ ਪਾਓ, ਤੇ ਇਸ ਬੰਦੇ ਦਾ ਕਤਲ ਦਾ ਅਰਥ ਇਹ ਵੀ ਆ। ਮੈਂ ਤੁਹਾਡੇ ਬਾਹਰਲੇ ਕਈ ਇੱਕ ਚੈਨਲ ਸੁਣੇ ਵੀ ਬਾਹਰਲੇ ਵੀ ਇਹ ਕਹਿਣ ਲੱਗੇ ਬੱਚਿਓ ਆਪਾਂ ਪੰਜਾਬ ਨਹੀਂ ਜਾਣਾ, ਤੁਸੀਂ ਉੱਥੇ ਸੇਫ। ਬਿਲਕੁਲ ਠੀਕ ਗੱਲ ਹੈ ਜੀ। ਡਰ ਇਹਦੇ ਅਸਰ ਦੇਖੋ ਕਿੰਨੇ ਕੀ ਨਿਕਲਦੇ ਨੇ। ਤੁਸੀਂ ਕਹਿ ਰਹੇ ਹੋ ਵੀ ਅੰਗਰੇਜ਼ ਪੜ੍ਹਨ ਆਉਣਗੇ, ਅੰਗਰੇਜ਼ ਨੌਕਰੀਆਂ ਕਰਨਗੇ, ਤੇ ਇਸ ਹਾਲਤ ਦੇਖੋ ਐਨਆਰਆਈ ਕਿੰਨੇ ਇੱਥੇ ਆਏ ਨੇ, ਉਹ ਮਾਰੇ ਵੀ ਗਏ ਨੇ, ਫਸਾਏ ਵੀ ਗਏ ਨੇ। ਤੇ ਮੈਂ ਕਹਿੰਦਾ ਮੇਰਾ ਬੇਟਾ ਇੱਥੇ ਆਇਆ, ਮੈਂ ਉਹਨੂੰ ਕਿਹਾ ਚੁੱਪ ਕਰਕੇ ਚਲਾਨ ਚਲਾਉਣ ਹੋਇਆ ਚਲਾਨ ਭਰਦੀ, ਇਹ ਨਾ ਕਹੀਂ ਨਾ ਰਹੀਆਂ। ਸੋ ਇਸ ਕਰਕੇ ਐਨਆਰਆਈ ਤਾਂ ਇਹਨਾਂ ਨੂੰ ਐ ਲੱਗਦਾ ਵੀ ਜੇ ਐਨਆਰਆਈ ਫਸ ਗਿਆ ਬਾਈ ਜੀ ਮੌਜਾਂ ਲੱਗੀਆਂ। ਇਹ ਜਿਹਾ ਸਾਡੇ ਸਿਸਟਮ ਬਣਿਆ ਹੋਇਆ। ਸੋ ਸਵਾਲ ਗੱਲਾਂ ਬਾਈ ਜੀ ਇਹ ਨਹੀਂ, ਇਹ ਪਤਾ ਲੱਗ ਜੂ, ਕਤਲ ਦਾ ਵੀ ਪਤਾ ਲੱਗ ਜੂ, ਫੜੇ ਵੀ ਜਾਣਗੇ, ਗੱਲ ਵੀ ਸਾਹਮਣੇ ਆ ਜੂ, ਪਰ ਉਹਨੇ ਨਾਲ ਗੱਲ ਹੀ ਨਹੀਂ ਬਣਨੀ। ਗੱਲ ਤਾਂ ਇੱਥੇ ਆ ਵੀ ਪੰਜਾਬ ਨੂੰ ਤੁਰਿਆ ਕਿਹੜੇ ਰਾਹ ਤੇ ਜਾ ਰਿਹਾ ਜੀ। ਆ ਜਿਹੜਾ ਹੁਣ ਸਚਿਨ ਦਾ ਉਹਦਾ ਭਤੀਜਾ ਮੇਰਾ ਦੋਸਤ ਮਾਰਤਾ ਜੀ, ਗੋਲਡੀ ਬਰਾੜ ਸਾਡਾ ਵੱਡਾ ਭਰਾ ਜੀ ਫਲਾਨਾ। ਪੰਜਾਬ 'ਚ ਜਿਹੜੇ 25,000 ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਪੁਲਿਸ ਅਫਸਰਾਂ ਨੇ ਜੀ, ਉਹਨਾਂ ਨੂੰ ਸਜ਼ਾਵਾਂ ਨਾ ਸਿਆਸੀ ਤੌਰ ਤੇ ਆ ਨਾ ਹੋਰ। ਮੈਂ ਨਹੀਂ ਕਹਿੰਦਾ ਉਹਨਾਂ ਨੂੰ ਮਾਰੋ, ਕਾਨੂੰਨ ਤੁਸੀਂ ਹੱਥ 'ਚ ਲਾਓਗੇ ਫਿਰ ਦੂਜਿਆਂ ਨੂੰ ਵੀ ਹੱਕ ਦਿੰਦੇ ਹੋ ਵੀ ਤੂੰ ਵੀ ਕਾਨੂੰਨ ਹੱਥ 'ਚ ਲੈ ਜੀ। ਸੋ ਇਸ ਕਰਕੇ ਮਤਲਬ ਇਹ ਤਾਂ ਇੱਕ ਸਿਮਟਮ ਆ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਦੁਖਾਂਤ ਆ ਪੰਜਾਬ ਦਾ ਜੀ ਜੀ। ਪਰ ਇਹਦੇ ਪਿੱਛੇ ਬਹੁਤ ਵੱਡੀ ਗੱਲ ਆ, ਇਹ ਗੈਂਗਸਟਰ ਦੀ ਇਹ ਮਾਫੀਆ ਸਿਆਸਤਦਾਨਾਂ ਨੇ ਪੈਦਾ ਕੀਤਾ, ਪ੍ਰੋਟੈਕਸ਼ਨ ਦਿੱਤੀ ਆ, ਚੋਣਾਂ ਖਰਚ ਵਰਤਿਆ, ਵਿਰੋਧੀਆਂ ਖਾਤਰ ਵਰਤਿਆ। ਇਹ ਹੁਣ ਮਨੋਰੰਜਨ ਕਬੱਡੀ ਤੇ ਜਿੱਥੇ ਪੈਸਾ ਆ ਗਿਆ ਤੇ ਉੱਥੇ ਇਹ ਬੰਦੇ ਯੂਜ਼ ਕੀਤੇ ਜਾ ਰਹੇ ਨੇ, ਵਰਤੇ ਜਾ ਰਹੇ ਨੇ। ਪੰਜਾਬ ਪੂਰਮ ਗਤੀ ਨੂੰ ਸਲਾਮ ਕਰਦਾ, ਪਰ ਪੰਜਾਬ ਉਸ ਪੂਰਮ ਗਤੀ ਨੂੰ ਕਦੇ ਸਲਾਮ ਨਹੀਂ ਕਰਦਾ ਜਿਹੜੀ ਸਮਾਜਿਕ ਸਰੋਕਾਰ ਨਾਲ ਨਾ ਜੁੜੀ ਹੋਵੇ, ਜਿਹੜੀ ਸਮਾਜ ਦੀ ਬਿਹਤਰੀ ਨਾਲ ਨਾ ਜੁੜੀ ਹੋਵੇ। ਜਿਹੜਾ ਗੈਂਗਸਟਰ ਦਾ ਵਰਤਾਰਾ ਇਹਦਾ ਕੋਈ ਸਮਾਜ ਨਾਲ ਤਲਕ ਨਹੀਂ, ਸਮਾਜ ਦੀ ਬਿਹਤਰੀ ਨਾਲ ਤਲਕ ਨਹੀਂ। ਇਹ ਸਿਰਫ ਨਿੱਜੀ ਅਮੀਰ ਹੋਣਾ, ਪੈਸਾ ਬਣਾਉਣਾ, ਦਹਿਸ਼ਤ ਪਾਉਣੀ, ਇਹ ਉਹਦੇ ਨਾਲ ਸੰਬੰਧਿਤ ਆ।
ਤੇ ਸਰਕਾਰਾਂ ਨੂੰ ਇਹ ਸਿਖਾਉਂਦਾ, ਇਸ ਕਰਕੇ ਇਹਨਾਂ ਦੇ ਪ੍ਰਤੀ ਉਹਨਾਂ ਦਾ ਲਿੰਕ ਜੂ ਆ ਜੀ ਜੀ ਇੱਕ ਦੋ ਕਮੈਂਟ ਆਏ ਆ। ਗੱਲ ਵੈਸੇ ਬਹੁਤ ਵਾਰ ਆ ਚੁੱਕੀ ਹੈ। ਕੋਈ ਜੈ ਸ਼ਰਮਾ ਜੀ ਲਿਖ ਰਿਹਾ ਕਿ ਰਾਘਵ ਚੱਡਾ ਆਪਣੇ 40 ਗਨਮੈਨ ਲੈ ਕੇ ਸਵਿਟਜ਼ਰਲੈਂਡ ਘੁੰਮ ਰਿਹਾ। ਇੱਕ ਤਰਫ ਸਰਕਾਰ ਕਹਿੰਦੀ ਹੈ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਨਾ, ਤੇ ਦੂਜੇ ਪਾਸੇ ਆਪਣੇ ਲੋਕਾਂ ਨੂੰ ਸਿਕਿਉਰਿਟੀ ਦੇ ਰਹੀ ਹੈ, ਵਧਾ ਰਹੀ ਹੈ, ਆਪਣੇ ਪਰਿਵਾਰ 'ਚ ਵੀ ਦੇ ਰਹੀ ਹੈ। ਆਪਣੇ ਜਿਵੇਂ ਭਗਵੰਤ ਮਾਨ ਸਾਹਿਬ ਨੇ ਆਪਣੇ ਸਿਸਟਰ ਨੂੰ ਦੇਤੀ, ਮਾਤਾ ਜੀ ਨੂੰ ਦੇਤੀ। ਰਾਘਵ ਚੱਡਾ ਤਾਂ ਚਲੋ ਹੈ ਹੀ ਹੈ। ਕੇਜਰੀਵਾਲ ਸਾਹਿਬ ਨੂੰ ਪੰਜਾਬ ਪੁਲਿਸ ਭੇਜੀ ਹੋਈ ਹੈ ਦਿੱਲੀ। ਇਹ ਕਮੈਂਟ ਵੀ ਆ ਰਹੇ ਆ, ਇਹ ਵੀ ਇਹਦੇ ਉੱਪਰ ਵੀ ਰਿਐਕਸ਼ਨ ਲਵਾਂਗੇ। ਮੈਂ ਚਾਹੂੰਗਾ ਠਾਕੁਰ ਜੀ ਆਵਾਜ਼ ਆ ਰਹੀ? ਅਸਲ 'ਚ ਗੱਲ ਪਤਾ ਕੀ ਹੈ ਜੀ ਆ ਰਹੀ ਹੈ। ਜਦੋਂ ਪਹਿਲਾਂ ਕੇਜਰੀਵਾਲ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ 'ਚ, ਮਤਲਬ 53 ਬੰਦੇ ਬਣਾ ਕੇ ਜੇ ਕਰਦੇ, ਮੈਂ ਉਦੋਂ ਕਹਿੰਦੇ ਦਿੱਲੀ ਦੇ ਧਾੜਵੀ ਨੇ ਪੰਜਾਬ ਦੇ ਰਿਜੈਕਟ ਕਰਦੇ। ਉਸ ਤੋਂ ਬਾਅਦ ਜਿਹੜੀ ਅੱਜ ਦੀ ਖੇਡ ਆ, ਇਹ ਛਲੇਡਾ ਸਿਆਸਤ ਆ ਜੀ। ਮਤਲਬ ਤੁਸੀਂ ਇਹ ਦੇਖੋ ਜੀ, ਪੰਜਾਬ ਦਾ ਉਹ ਨਿਰਣਾ ਹੋਇਆ, ਪੰਜਾਬ ਸਿੱਖਿਆ ਦੇ ਖੇਤਰ 'ਚ ਪਹਿਲੇ ਨੰਬਰ ਤੇ ਆ। ਯੈਸ ਰਾਈਟ। ਕਿਸੇ ਨੇ ਪ੍ਰਸ਼ੰਸਾ ਨਹੀਂ ਕੀਤੀ। ਨਹੀਂ ਕੀਤੀ। ਪੰਜਾਬ ਦੇ 10 ਬੱਚੇ UPSC ਦੇ ਵਿੱਚ IAS ਚੁਣੇ ਗਏ ਜੀ, ਕਿਸੇ ਨੇ ਪ੍ਰਸ਼ੰਸਾ ਨਹੀਂ ਕੀਤੀ। ਬਿਲਕੁਲ ਠੀਕ ਹੈ। ਕੋਟਕਪੂਰੇ ਇੱਕ ਮੁਰਕੀ ਦੀ ਕੁੜੀ ਆ, ਉਹ IAS ਦੀ ਸਿਲੈਕਸ਼ਨ ਹੋਈ, ਕਿਸੇ ਨੇ ਪ੍ਰਸ਼ੰਸਾ ਨਹੀਂ ਕੀਤੀ। ਇਸ ਕਰਕੇ ਜਿਹੜੀ ਪੰਜਾਬ ਸਰਕਾਰ ਆ, ਇਹ ਤਾਂ ਦੁਵੇਲ ਸਰਕਾਰ ਆ, ਇਹ ਫਸੀ ਹੋਈ ਆ ਦੁਬਿਧਾ ਦੇ ਵਿੱਚ। ਦਿੱਲੀ ਸਰਕਾਰ ਦੇ ਹਿੱਤ ਵਿੱਚ ਪ੍ਰੋਟੈਕਟ ਕੀਤੇ ਜਾ ਸਕਦੇ ਨੇ, ਇਹ ਉਸ ਹਿਸਾਬ ਨਾਲ ਬੋਲ ਰਹੀ ਆ। ਤੇ ਭਗਵੰਤ ਮਾਨ, ਤੁਸੀਂ ਮੈਨੂੰ ਇਹ ਦੱਸੋ ਜੀ, ਹੁਣ ਤੱਕ ਕਿੰਨਾ ਕੁਛ ਹੋਇਆ ਆਮ ਆਦਮੀ ਪਾਰਟੀ? ਹੈਲੋ ਜੀ ਵਾਲੇ ਸਾਹਿਬ। ਹਾਂਜੀ ਹਾਂਜੀ जी सर आवाज आ रही है सर। ਹੈਲੋ ਠਾकुर जी, ਤੁਹਾਨੂੰ ਆ ਰਹੀ ਆਵਾਜ਼? जी मैनू आ रही है। ਮਾਲੀ ਸਾਹਿਬ ਲਾਈਨ ਤਾਂ ਕਨੈਕਟਡ ਹੀ ਆ। ਹੈਲੋ ਕੋਈ ਗੱਲ ਨਹੀਂ, ਦੁਬਾਰਾ ਕਨੈਕਟ ਕਰ ਲੈਂਦੇ ਆ। ਜੀ ਠਾकुर जी, ਕੀ ਲੱਗਦਾ ਫਿਰ ਹੁਣ ਤਾਂ ਸਿਚੁਏਸ਼ਨ ਪੰਜਾਬ ਦੀ ਖਰਾਬ ਹੁੰਦੀ ਜਾਂਦੀ ਆ ਹੋਰ ਜ਼ਿਆਦਾ, ਲਾਅ ਐਂਡ ਆਰਡਰ ਦਾ ਮਾਹੌਲ ਤਾਂ ਵਿਗੜਦਾ ਜਾਂਦਾ ਹੋਰ? बिल्कुल देखो जी, माहौल भी बिगड़ता पे है। इनसिक्योरिटी जरूर मेरे ख्याल पंजाब के लोगों के दिलों में हैगी है, ना सिर्फ लोगों के दिलों में, खास करके एक खास तबका जेकर सिंगर की गल करिए, बॉलीवुड एक्टर, बॉलीवुड की गल करिए, चाहे एक्टर्स होन चाहे सिंगर्स होन, उन्होंने ज्यादा मैं कहना है कि इस वे सदमा भी लग्या हुआ है, तो ज्यादा खतरा भी अपने आप में महसूस हो रहा है, इनसिक्योरिटी महसूस हो रही है। ਤੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਵਿੱਚ ਆਪਣੀ ਗੱਲ ਰਹਿ ਗਈ ਸੀ ਬਈ ਜਦੋਂ ਵਿੱਕੀ ਮਿੱਡੂ ਖੇੜਾ ਦੇ ਜਿਹੜੇ ਉਸਨੂੰ ਕਤਲ ਕਰਨ ਵਾਲੇ ਸ਼ੂਟਰ ਸੀ, ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਹੱਥੇ ਚੜੇ ਜੀ, ਤਾਂ ਉਦੋਂ ਉਹਨਾਂ ਨੇ ਬਾਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਕਿ ਇੱਕ ਵੱਡੇ ਸਿੰਗਰ ਦੇ ਨਾਮ ਵੀ ਦੱਸਿਆ ਉਹਨਾਂ ਨੇ ਸਪੈਸ਼ਲ ਸੈੱਲ ਨੂੰ, ਵੀ ਉਹਨਾਂ ਦੇ ਜਿਹੜੇ ਉਹਨਾਂ ਨੇ ਸਾਨੂੰ ਸਪੋਰਟ ਕੀਤੀ, ਤੇ ਉਹਨਾਂ ਦੇ ਜਿਹੜੇ ਮੈਨੇਜਰ ਸੀ ਉਹਨਾਂ ਨੇ ਸਾਨੂੰ ਰਿਹਾਇਸ਼ ਮੁਹੱਈਆ ਕਰਵਾਈ, ਪੈਸੇ ਵੀ ਦਿੱਤੇ ਤੇ ਹਥਿਆਰ ਵਗੈਰਾ ਸਾਰਾ ਕੁਝ ਉਹਨਾਂ ਨੇ ਮੁਹੱਈਆ ਕਰਵਾਇਆ। ਤੇ ਉਸ ਤੋਂ ਬਾਅਦ ਇੱਕ ਇਨਫੋਰਮੇਸ਼ਨ ਦਿੱਲੀ ਸਪੈਸ਼ਲ ਸੈੱਲ ਵੱਲੋਂ ਪੰਜਾਬ ਪੁਲਿਸ ਨੂੰ ਵੀ ਦਿੱਤੀ ਗਈ। ਉਸ ਸੰਬੰਧੀ, ਉਸ ਕੇਸ ਸੰਬੰਧੀ ਦੇ ਫਲਾਣੇ ਦਾ ਨਾਮ ਲਿਆ ਹੈ ਇਹਨਾਂ ਬੰਦਿਆਂ ਨੇ ਵੀ ਇਹਨਾਂ ਨੇ ਕਰਵਾਇਆ ਹੈ, ਪਰ ਉਸ ਮਾਮਲੇ ਨੂੰ ਲੈ ਕੇ ਕੋਈ ਵੀ ਅੱਗੇ ਪੜਤਾਲ ਨਹੀਂ ਕੀਤੀ ਗਈ। ਵੱਡਾ ਸਵਾਲ ਇਹ ਵੀ ਹੈ ਕਿ ਵਾਕਈ ਸਪੈਸ਼ਲ ਸੈੱਲ ਨੇ ਇਨਫੋਰਮੇਸ਼ਨ ਦਿੱਤੀ ਸੀ, ਕਿਉਂਕਿ ਸਪੈਸ਼ਲ ਸੈੱਲ ਨੇ ਗੱਲ ਕਹੀ ਹੈ, ਪਰ ਜੇ ਦਿੱਤੀ ਹੈ ਤੇ ਉਸ ਤੁਸੀਂ ਕਹਿ ਸਕਦੇ ਹੋ ਕਿ ਇਨਫੋਰਮੇਸ਼ਨ ਤੇ ਪੰਜਾਬ ਪੁਲਿਸ ਵੱਲੋਂ ਕੀ ਐਕਸ਼ਨ ਜਾਂ ਰਿਐਕਸ਼ਨ ਕੀਤਾ ਗਿਆ, ਕੀ ਉਹਨਾਂ ਵੱਲੋਂ ਇਨਪੁਟਸ ਤੇ ਕਾਰਵਾਈ ਕੀਤੀ ਗਈ ਜ਼ਮੀਨੀ ਪੱਧਰ ਤੇ? ਕਿਉਂਕਿ ਅਸੀਂ ਦੇਖ ਰਹੇ ਕਿ ਲੰਬੇ ਸਮੇਂ ਤੱਕ ਵਿੱਕੀ ਮਿੱਡੂ ਖੇੜਾ ਦੇ ਚਾਹਣ ਵਾਲਿਆਂ ਵੱਲੋਂ ਪ੍ਰੋਟੈਸਟ ਮਾਰਚ, ਕੈਂਡਲ ਮਾਰਚ ਕੱਢੇ ਜਾਂਦੇ ਰਹੇ ਵੀ ਇਨਸਾਫ ਮਿਲੇ ਵਿੱਕੀ ਮਿੱਡੂ ਖੇੜਾ ਨੂੰ, ਉਸਦੇ ਪਰਿਵਾਰ ਨੂੰ।
जी ਤੇ ਲੇਕਿਨ ਉਸ ਤੇ ਕੋਈ ਕਾਰਵਾਈ ਨਹੀਂ ਹੋਈ। ਹਾਂ, ਉਸ ਤੋਂ ਬਾਅਦ ਇਹ ਗੱਲ ਜ਼ਰੂਰ ਹੈ ਵੀ ਕੁਝ ਸਮੇਂ ਬਾਅਦ ਇਹ ਪਤਾ ਲੱਗਿਆ ਬਈ ਜੋ ਮੈਨੇਜਰ ਸੀ ਸਿੱਧੂ ਮੂਸੇਵਾਲੇ ਦਾ ਸ਼ਗਨਪ੍ਰੀਤ, ਉਹ ਆਸਟ੍ਰੇਲੀਆ ਭੱਜਣ ਕਾਮਯਾਬ ਰਿਹਾ। ਤੇ ਆਸਟ੍ਰੇਲੀਆ ਦੇ ਵਿੱਚ ਹੀ ਹੈ ਉਹ। ਜੀ 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 ਤੇ ਉਸ ਇਨਵੈਸਟੀਗੇਸ਼ਨ ਦਾ ਕੀ ਬਣਿਆ ਉਸ ਤੋਂ ਬਾਅਦ, ਇਹ ਉਹਦਾ ਨਹੀਂ ਇੱਕ ਗੱਲ। ਉਸ ਤੋਂ ਬਾਅਦ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਸ਼ਾਹਰੁਖ ਨਾਮ ਦਾ ਇੱਕ ਸ਼ੂਟਰ ਜਿਸ ਨੂੰ ਕਿ ਭੇਜਿਆ ਗਿਆ ਸੀ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਦੇ ਲਈ ਲਾਰੈਂਸ ਬਿਸ਼ਨੋਈ ਹੋਣਾ ਵੱਲੋਂ ਜੀ, ਤੇ ਉਹ ਰੈਕੀ ਵੀ ਉਸਨੇ ਕੀਤੀ, 3-4 ਦਿਨ ਲਾਏ ਰੈਕੀ ਕੀਤੀ ਉਸਨੇ ਤੇ ਕੋਸ਼ਿਸ਼ ਕੀਤੀ, ਪਰ ਉਸਨੇ ਜਦ ਦੇਖਿਆ ਵੀ ਸਿੱਧੂ ਮੂਸੇਵਾਲਾ ਬੁਲਟ ਗੱਡੀ ਦੇ ਵਿੱਚ ਘੁੰਮਦਾ ਹੈ, ਉਸਦੇ ਨਾਲ AK-47 ਦੇ ਨਾਲ ਲੈਸ ਕਮਾਂਡੋ ਵੀ ਰਹਿੰਦੇ ਨੇ, ਤੇ ਉਸਨੇ ਇਹ ਗੱਲ ਇਨਫਾਰਮ ਕੀਤੀ ਗਈ ਉਹਨੂੰ ਟਾਰਗੇਟ ਕਰਨਾ ਸੌਖਾ ਨਹੀਂ। ਹਾਲਾਂਕਿ ਉਸਨੇ ਫੀਲਡਿੰਗ ਪੂਰੀ ਲਾਈ ਸੀ, ਮੌਕੇ ਦੀ ਤਲਾਸ਼ ਵਿੱਚ ਸੀ, ਰੈਕੀ ਪੂਰੀ ਕੀਤੀ ਸੀ ਕਿ ਕਿਵੇਂ ਨਿਕਲਦਾ, ਕਿਹੜੀ ਗੱਡੀ ਨਿਕਲਦਾ, ਕਿਵੇਂ ਨਿਕਲਦਾ, ਨਾਲ ਕੌਣ ਕੌਣ ਹੁੰਦਾ ਹੈ, ਕਿੱਥੇ ਜਾਂਦਾ ਹੈ, ਕਿਹੜੇ ਦਿਨ ਜਾਂਦਾ ਹੈ, ਸਾਰਾ ਕੁਝ ਈਚ ਐਂਡ ਐਵਰੀਥਿੰਗ। ਜੀ ਜੀ ਜੀ, ਤੇ ਉਸਨੇ ਇਨਫੋਰਮੇਸ਼ਨ ਅੱਗੇ ਦਿੱਤੀ। ਜੀ ਵੈਸੇ ਮੈਂ ਇੱਕ ਸੈਕਿੰਡ ਬਾਅਦ ਦੱਸਦਾ, ਮਲ ਸਾਹਿਬ ਦੁਬਾਰਾ ਜੁੜ ਚੁੱਕੇ ਤੁਸੀਂ। ਮਲ ਸਾਹਿਬ ਗੱਲ ਪੂਰੀ ਹੁੰਦੇ ਹੀ ਆਪਾਂ ਕੰਟੀਨਿਊ ਕਰੋ। ਜੀ ਜੀ, ਮਲ ਸਾਹਿਬ ਦਾ ਇੱਕ ਵਾਰ ਫਿਰ ਸਵਾਗਤ ਹੈ। ਜੀ ਜੀ ਠਾਕੁਰ ਤੁਸੀਂ ਗੱਲ ਪੂਰੀ ਕਰੋ। ਹਾਂਜੀ, ਰੇਕੀ ਤੁਸੀਂ ਸ਼ਾਹਰੁਖ ਦੀ ਗੱਲ ਕਰ ਰਹੇ ਸੀ। ਜੀ ਬਿਲਕੁਲ, ਰੈਕੀ ਕੀਤੀ ਗਈ ਤੇ ਇਨ ਬਿਟਵੀਨ ਹੀ ਉਹ ਕੋਈ ਕਿਸੇ ਵੀ ਇਦਾਂ ਦੀ ਗੱਲਬਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਾਹਰੁਖ ਨੂੰ ਜੋ ਕਿ ਪਹਿਲੇ ਹੀ ਰਹਿੰਦਾ ਸੀ ਦਿੱਲੀ ਦੀ ਸਪੈਸ਼ਲ ਸੈੱਲ ਨੂੰ ਜਾਂ ਦਿੱਲੀ ਪੁਲਿਸ ਨੂੰ, ਸਪੈਸ਼ਲ ਸੈੱਲ ਦਿੱਲੀ ਦੀ ਉਸਨੂੰ ਪੰਜਾਬ ਤੋਂ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਜਾਂਦੀ ਹੈ। ਉੱਥੇ ਜਾ ਕੇ ਫਿਰ ਇਹ ਖੁਲਾਸਾ ਹੁੰਦਾ ਹੈ ਵੀ ਮੈਂ, ਯਾਨੀ ਕਿ ਸ਼ਾਹਰੁਖ ਨੇ ਕਨਫੈਸ ਕੀਤਾ ਕਿ ਮੈਂ ਪੰਜਾਬੀ ਇੱਕ ਸਿੰਗਰ, ਵੱਡੇ ਸਿੰਗਰ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਲਈ ਆਇਆ ਸੀ, ਮੈਨੂੰ ਸਪਾਰੀ ਮਿਲੀ ਸੀ। ਇਹ ਇਨਫੋਰਮੇਸ਼ਨ ਵੀ ਸ਼ੇਅਰ ਕੀਤੀ ਜਾਂਦੀ ਸਰਕਾਰ ਦੇ ਨਾਲ। ਬਾਵਜੂਦ ਉਸਦੇ ਕੀ ਕਾਰਵਾਈ ਕੀਤੀ ਗਈ, ਸਿਕਿਉਰਿਟੀ ਵਾਪਸ ਲਈ ਗਈ। ਚਲੋ ਠੀਕ ਹੈ, ਕਹਿੰਦੇ ਆ ਰੂਟੀਨ ਦਾ ਕੰਮ ਸੀ, ਪਰ ਜਨਤਕ ਕਰਨਾ ਤਾਂ ਰੂਟੀਨ ਦਾ ਕੰਮ ਨਹੀਂ ਸੀ ਨਾ। ਤੁਸੀਂ ਕਿਸ ਨੂੰ ਕਰ ਰਹੇ ਹੋ ਕਿ ਆਪਣੀ ਵਾਹਵਾਹੀ ਲਈ, ਫੋਕੀ ਸ਼ੋਹਰਤ ਦੇ ਲਈ ਵੀ ਦੇਖੋ ਜੀ, ਅਸੀਂ ਤਾਂ ਇਹਨਾਂ ਦੀਆਂ ਵੱਡੇ ਲਾਸ਼ਾਂ ਬਣਦੇ ਸੀ ਸਾਰੇ ਜਣੇ, ਚਾਹੇ ਸਿਆਸਤਦਾਨ ਨੇ, ਸਿੰਗਰ ਨੇ, ਲੀਡਰ ਨੇ, ਕੋਈ ਵੀ ਨੇ। ਅਸੀਂ ਤਾਂ ਦੇਖੋ ਸਿਕਿਉਰਿਟੀ ਵਾਪਸ ਲੈ ਲਈ ਉਹਨਾਂ ਨੂੰ, ਆਮ ਬੰਦੇ ਬਣਾਤਾ ਅਸੀਂ ਤਾਂ। ਦਿਖਾਣਾ ਕੀ ਚਾਹੁੰਦੇ ਸੀ ਤੁਸੀਂ? ਪਹਿਲਾਂ ਇੱਕ ਇਨਪੁਟ ਜੋ ਮਿਲਿਆ ਦਿੱਲੀ ਸਪੈਸ਼ਲ ਸੈੱਲ ਤੋਂ, ਤੁਸੀਂ ਉਹ ਮਿਸ ਕੀਤਾ। ਸਿਕਿਉਰਿਟੀ ਵਧਾਉਣੀ ਚਾਹੀਦੀ ਸੀ, ਉਸਨੂੰ ਦੱਸਣਾ ਚਾਹੀਦਾ ਸੀ। ਹਾਲਾਂਕਿ ਆਪਣੇ ਪੱਧਰ ਤੇ ਸਿੱਧੂ ਮੂਸੇਵਾਲੇ ਨੇ ਜ਼ਰੂਰ ਇੱਕ ਦੋ ਵਾਰ ਵੀਡੀਓ ਵੀ ਪਾਈਆਂ ਇੰਸਟਾਗ੍ਰਾਮ ਤੇ ਲਾਈਵ ਹੋਇਆ। ਉਸਨੇ ਕਿਹਾ ਕਿ ਤੁਸੀਂ ਧਮਕੀਆਂ ਦੇ ਰਹੇ ਹੋ, ਪਲਾਟ ਭੇਜਣਾ, ਮੈਂ ਪਿੰਡ ਹੀ ਬੈਠਾ ਹੈ। ਉਹਨੂੰ ਪਤਾ ਸੀ ਕਿ ਧਮਕੀਆਂ ਮਿਲ ਰਹੀਆਂ ਸੀ, ਪਰ ਇਹਨਾਂ ਨੇ ਇਨਪੁਟ ਨੂੰ ਸੀਰੀਅਸਲੀ ਕਿਉਂ ਨਹੀਂ ਲਿਆ? ਉਸਦੀ ਜਾਨ ਬਚਾਈ ਜਾ ਸਕਦੀ ਸੀ ਜੀ। ਨਾਲੇ ਦੂਜੀ ਗੱਲ, ਹਾਲੇ ਤੱਕ ਲਾਰੈਂਸ ਬਿਸ਼ਨੋਈ ਨੇ ਖੁਦ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਹਾਂ ਉਸਨੇ ਇਹ ਕਰਵਾਇਆ ਜਾਂ ਕੀਤਾ ਹੈ। ਹਾਲਾਂਕਿ ਕੁਝ ਆਡੀਓ ਵੀ ਅੱਜ ਸਾਹਮਣੇ ਆਈ ਹੈ, ਸਚਿਨ ਬਿਸ਼ਨੋਈ ਜੀ ਆਪਣੇ ਆਪ ਨੂੰ ਭਾਂਜਾ ਕਹਿ ਰਹੇ ਲਾਰੈਂਸ ਬਿਸ਼ਨੋਈ ਦਾ, ਪਰ ਹਾਲੇ ਤੱਕ ਕਿਤੇ ਵੀ ਇਹ ਗੱਲਾਂ ਨਹੀਂ। ਕਿਉਂਕਿ ਜਿਹੜੀ ਪੋਸਟ ਪਹਿਲਾਂ ਨਿਕਲੀ ਸੀ ਉਹ ਇੱਕ ਸਕਰੀਨਸ਼ਾਟ ਸੀ ਜਿਹਦੇ ਵਿੱਚ ਇਹ ਕਤਲ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਇਮੀਡੀਏਟਲੀ ਵਾਇਰਲ ਹੋਣ ਲੱਗੀਆਂ ਗੋਲਡੀ ਬਰਾੜ ਦੀ ਨਾਲੇ ਲਾਰੈਂਸ ਬਿਸ਼ਨੋਈ ਗਰੁੱਪ ਦੀ। ਉਹ ਸਕਰੀਨਸ਼ਾਟ ਸੀ, ਉਹ ਪੇਜ ਜਾਂ ਉਹ ਆਈਡੀਜ਼ ਅੱਜ ਤੱਕ ਫੇਸਬੁੱਕ ਤੇ ਨਹੀਂ ਲੱਭੀਆਂ। ਇਹ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਪੇਜਿਸ ਨੂੰ ਲੱਭਣ ਦੀ, ਸਾਈਬਰ ਸੈੱਲ ਨੇ ਕੋਸ਼ਿਸ਼ ਕੀਤੀ ਹੈ ਕਿੱਥੋਂ ਜਨਰੇਟ ਹੋਈਆਂ ਨੇ, ਇਹ ਜਨਰੇਟ ਹੋਈਆਂ ਨੇ ਕਿ ਕਰਵਾਈਆਂ ਗਈਆਂ ਨੇ। ਉਹਦਾ ਤੇ ਹਾਲ ਜੇਲ੍ਹ 'ਚ ਬੈਠਾ, ਉੱਥੇ ਦਾ ਫੋਨ ਵੀ ਨਹੀਂ ਚੱਲਦਾ। ਜਿਹੜੇ ਸੈੱਲ ਜਿਸ ਨੂੰ ਪਾਇਆ ਗਿਆ ਹੈ ਸਿਕਿਉਰਿਟੀ ਸੈੱਲ ਹੈ, ਉੱਥੇ ਫੋਨ ਵੀ ਨਹੀਂ ਚੱਲਦਾ। ਤੇ ਫਿਰ ਕਿਵੇਂ ਐਕਸੈਸ ਰਨ ਹੋ ਰਿਹਾ? ਸਵਾਲ ਕਈ ਨੇ, ਇਨਵੈਸਟੀਗੇਸ਼ਨ ਦੱਸੇਗੀ, ਪਰ ਜਿਵੇਂ ਮਾਲੀ ਸਰ ਨੇ ਵੀ ਗੱਲ ਕੀਤੀ ਹੈ, ਕਾਰਜ ਪ੍ਰਣਾਲੀ ਦੇ ਨਾਲੇ ਹੁਣ ਸਿਆਸੀ ਲਾਹਾ ਲੈਣ ਦੀ ਵੀ ਬਹੁਤ ਕੋਸ਼ਿਸ਼ ਹੋ ਰਹੀ ਹੈ। ਨਾਲੇ ਗੈਂਗਸਟਰ ਅੱਜ ਦਾ ਨਹੀਂ ਹੈ, ਇਹ ਬੀਤੇ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਵਰਤਣਾ, ਨੌਜਵਾਨਾਂ ਦਾ ਪਾਵਰ ਦੇ ਲਈ ਮਿਸਯੂਜ਼ ਕਰਨਾ ਜਾਂ ਯੂਜ਼ ਕਰਨਾ, ਤੇ ਇੱਕ ਲਾਲਚ, ਇੱਕ ਖੂਨ ਜਿਹੜਾ ਮੂੰਹ ਨੂੰ ਲੱਗਦਾ ਹੈ, ਇੱਕ ਸ਼ੌਹਰਤ ਦਾ, ਇੱਕ ਪਾਵਰ ਦਾ, ਉਹ ਐਸਾ ਲੱਗਦਾ ਹੈ ਨਸ਼ਾ ਚੜ੍ਹਦਾ ਜਿਹੜਾ, ਫਿਰ ਪਾਵਰ ਹੱਥ ਲੈਣ ਦੀ ਜਿਹੜੀ ਕਵਾਇਦ ਹੁੰਦੀ ਹੈ, ਉਸ ਤੋਂ ਬਾਅਦ ਰਾਹ ਗਲਤ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਰਵਾਈਆਂ ਗਲਤ ਹੋ ਜਾਂਦੀਆਂ ਨੇ, ਤੇ ਚੰਗੇ ਭਲੇ ਘਰਾਂ ਦੇ ਜਿਹੜੇ ਨੌਜਵਾਨ ਹੁੰਦੇ ਨੇ, ਮੁੰਡੇ ਹੁੰਦੇ ਨੇ, ਉਹ ਗੈਂਗਸਟਰ ਬਣ ਜਾਂਦੇ ਨੇ ਪੁਲਿਸ ਦੀਆਂ ਕਿਤਾਬਾਂ ਦੇ ਵਿੱਚ। ਜੀ ਮਾਲੀ ਸਾਹਿਬ, ਮੈਂ ਤੁਹਾਡੇ ਤੋਂ ਹੁਣ, ਜਿਵੇਂ ਤੁਹਾਨੂੰ ਪਤਾ ਵੀ ਪਹਿਲਾਂ ਤਾਂ ਸੰਸਕਾਰ ਤੇ 92 ਦੇ ਵਿੱਚੋਂ ਕੋਈ ਨਹੀਂ ਪਹੁੰਚਿਆ, ਚਲੋ ਹੁਣ ਇੱਕ ਇੱਕ ਕਰਕੇ ਜਾਣ ਲੱਗੇ
ਤੇ ਹੁਣ ਅਕਾਲੀ ਦਲ ਵੀ ਚਲਿਆ ਗਿਆ, ਸੁਖਬੀਰ ਸਿੰਘ ਬਾਦਲ ਚਲੇ ਗਏ, ਉਹਨਾਂ ਨਾਲ ਹਰਸਿਮਰਤ ਕੌਰ ਬਾਦਲ ਚਲੇ ਗਏ, ਕਾਂਗਰਸ ਚਲੋ ਪਹਿਲੇ ਦਿਨ ਤੋਂ ਹੀ ਰਾਜਾ ਵੜਿੰਗ ਸਾਰੇ ਪਾਸੇ ਜਾ ਰਹੇ ਆ, ਸਾਰੇ ਕਾਰ ਵਿਹਾਰ ਕਰ ਰਹੇ ਆ। ਤੇ ਅੱਜ ਬੀਜੇਪੀ ਵੀ ਜਾਂਦੀ ਹੈ, ਅੱਜ ਬੀਜੇਪੀ ਦੇ ਅਸ਼ਵਨੀ ਸ਼ਰਮਾ ਜੀ ਜਾਂਦੇ ਆ, ਤੇ ਜਿਹੜਾ ਇਹਨਾਂ ਨੇ ਪਿੱਛੇ ਜੇ ਟੌੜਾ ਪਰਿਵਾਰ ਸ਼ਾਮਲ ਕੀਤਾ ਸੀ ਉਹ ਗਏ ਆ ਨਾਲ। ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ, ਕਹਿੰਦੇ ਮੂਸੇਵਾਲਾ ਦੇ ਫਾਦਰ ਸਾਹਿਬ ਨੇ। ਤੇ ਸੈਂਟਰਲ ਏਜੰਸੀਜ਼ ਦੀ ਗੱਲ ਜਿਹੜੀ ਹੋ ਰਹੀ ਹੈ, ਮੰਗ ਹੋ ਰਹੀ ਹੈ, ਇਹ ਤੁਹਾਨੂੰ ਲੱਗਦਾ ਵੀ ਜੇ ਸੈਂਟਰਲ ਏਜੰਸੀ ਨੂੰ ਮਾਮਲਾ ਦੇ ਦਿੱਤਾ ਜਾਵੇ ਤੇ ਇਹ ਚੰਗਾ ਹੋਊਗਾ, ਮਸਲਾ ਹੱਲ ਹੋ ਜਾਊਗਾ? ਦੇਖੋ ਜੀ, ਗੱਲ ਇਹ ਆ, ਮਤਲਬ ਬਰਗਾੜੀ ਕਾਂਡ ਦੀ ਜਾਂਚ ਵੀ ਸੈਂਟਰਲ ਏਜੰਸੀ ਨੇ ਦਿੱਤੀ ਸੀ। ਕਿਹੜੇ ਵਾਲੇ ਦੀ ਜੀ? ਇਹ ਮਸਲੇ ਬਰਗਾੜੀ ਦੀ, ਰਾਈਟ, ਹਾਂਜੀ 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 ਸੀ ਨਾ ਜੀ। ਹੂੰ ਜਿੱਥੇ ਪੰਜਾਬ ਉੱਬਲ ਉੱਠਿਆ ਸੀ, ਇਹਦੀ ਮਰਜ਼ੀ ਏਜੰਸੀ ਨੂੰ ਜਾਂਚ ਦੇ ਦਿਓ। ਜਦੋਂ ਸਿਆਸੀ ਤੌਰ ਤੇ ਤੁਹਾਡਾ ਨਿਸ਼ਾਨਾ ਇਹ ਆ ਵੀ ਪੰਜਾਬ ਨੂੰ ਨਾ ਇਨਸਾਫ ਦੇਣਾ, ਨਾ ਪੰਜਾਬ ਦੇ ਵਿੱਚ ਕੋਈ ਗੱਲ ਨਿਸਰਨ ਦੇਣੀ ਆ, ਜਦੋਂ ਤੁਹਾਡਾ ਏਜੰਡਾ ਇਹ ਆ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ, ਜੇ ਪੰਜਾਬ ਨੂੰ ਜਿੰਨਾ ਝੋਲੇ 'ਚ ਪਾ ਕੇ ਰੱਖੋਗੇ ਓਡਾ ਫਾਇਦਾ। ਜੇ ਪੰਜਾਬ 'ਚ ਕੋਈ ਸੋਚ ਸਮਝ ਨਿੱਤਰ ਆਈ, ਉੱਭਰ ਆਈ, ਇਹ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰੂ। ਸੋ ਇਸ ਕਰਕੇ ਠੀਕ ਆ, ਮਤਲਬ ਮਾਂ-ਬਾਪ ਨੂੰ ਹੁੰਦਾ ਵੀ ਯਾਰ ਗੱਲ ਦਾ ਸੱਚ ਨਿੱਤਰ ਆਵੇ। ਮੈਂ ਕਹਿੰਦਾ ਮੂਸੇਵਾਲੇ ਦਾ ਕਤਲ ਕਿਉਂ ਹੋਇਆ, ਕਿਵੇਂ ਰੈਕੀ ਕੀਤੀ, ਕਿਹੜੇ ਬੰਦੇ ਸੀ, ਕੀ ਸ਼ਾਮਲ ਸੀ, ਇਹ ਸਾਰਾ ਨਿੱਤਰ ਆਵੇ। ਪਰ ਮਸਲਾ ਇਹਦੇ ਨਾਲ ਹੱਲ ਨਹੀਂ ਹੁੰਦਾ ਨਾ ਜੀ। ਅੱਜ ਇਹ ਆ, ਕੱਲ ਨੂੰ ਮਨਕੀਰ ਤੌਲਸ ਬਣ ਜੂ, ਪਰਸੋਂ ਬੱਬੂ ਮਾਨ ਬਣ ਜੂ, ਚੌਥੇ ਨੂੰ ਕੋਈ ਹੋਰ ਬਣ ਜੂ। ਤੁਸੀਂ ਗੱਲਾਂ ਨਤਾਰ ਕੇ ਇੱਥੋਂ ਕੱਢੋਗੇ ਕਿ ਜਦੋਂ ਜਿਹੜੀ ਚੀਜ਼ ਗੈਂਗਸਟਰਾਂ ਨੂੰ ਪੈਦਾ ਕਰ ਰਹੀ ਆ, ਪ੍ਰੋਟੈਕਸ਼ਨ ਕਰਦੀ ਆ, ਭਾਲ ਰਹੀ ਆ, ਇੱਕ ਗੈਂਗਸਟਰ ਨੂੰ ਮਾਰ ਦੋਗੇ ਦੂਜਾ ਜੂ। ਵਿੱਕੀ ਕਾਊਂਟਰ ਕੀ ਮਾਰਿਆ ਨਹੀਂ, ਸਾਜ਼ਿਸ਼ ਨਾਲ ਮਾਰਿਆ, ਭੋਗ ਕੇ ਮਾਰਿਆ, ਹਾਲਾਂਕਿ ਉਹ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਸੋ ਇਸ ਕਰਕੇ ਜਿਹੜਾ ਪਰਿਵਾਰ ਇਹ ਗੱਲ ਕਰਦਾ, ਪਰਿਵਾਰ ਦੀ ਗੱਲ ਸਮਝ ਆਉਂਦੀ ਆ, ਕਿਉਂਕਿ ਉਹਨਾਂ ਦਾ ਪੁੱਤ ਇਕਲੌਤਾ ਪੁੱਤ ਜਹਾਂ ਉਹ ਇਨਸਾਫ ਭਾਲਦਾ। ਪਰ ਪੰਜਾਬ ਆ ਜਿਹੜਾ, ਪੰਜਾਬ ਇਹ ਭਾਲਦਾ ਵੀ ਇਹ ਗੈਂਗਸਟਰ ਕਲਚਰ ਖਤਮ ਕੀਤਾ ਜਾਵੇ। ਇਹਦੀ ਖਾਤਰ ਉਹ ਸਟੈਪ ਲਏ ਜਾਣ ਵੀ ਇਹ ਗੈਂਗਸਟਰ ਕਲਚਰ ਆ ਜਿਹੜਾ ਪੈਦਾ ਨਾ ਹੋਵੇ ਤੇ ਵਧੇ ਤੇ ਫੁੱਲੇ ਨਾ। ਮੈਂ ਕਹਿੰਦਾ ਹੁਣ ਇਹ ਕਹੇ, ਮੰਨ ਲਓ ਜੀ ਹੁਣ ਆਵਾਜ਼ ਉੱਠਣ ਲੱਗੀ ਮਾਰ ਰਹੀ ਇਹਨਾਂ ਨੂੰ, ਤੇ ਮਾਰੇ ਜ਼ਰੂਰੀ ਥੋੜਾ ਵੀ ਉਹ ਸ਼ੂਟਰ ਮਾਰੇ ਜਾਣਗੇ। ਕਿੰਨੇ ਹੋਰ ਜਿਵੇਂ ਇਹਨਾਂ ਨੇ ਮਾਰੇ ਆ ਨਾ ਜੀ, ਵੀ ਇਹਦੇ ਘਰੇ ਫਲਾਣਾ ਰਿਹਾ ਜੀ, ਇਹਨੇ ਸ਼ਹਿਰ ਦਿੱਤੀ ਜੀ, ਇਹਨੇ ਉਹ ਕੀਤਾ ਜੀ। ਤੇ ਪੰਜਾਬ ਦੇ ਜਿਹੜੇ 25,000 ਕਿੰਨੇ ਹਜ਼ਾਰਾਂ ਝੂਠੇ ਮੁਕਾਬਲੇ ਹੋਣੇ, ਉਹ ਵੀ ਆਏ ਹੋਏ ਨੇ ਨਾ ਜੀ। ਉਹ ਇਹਨਾਂ ਦੇ ਆਏ ਸੀ ਜੀ, ਘਰੇ ਰਹਿੰਦੇ ਸੀ। ਇਹ ਨਹੀਂ, ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਇੱਕ ਨਵੀਂ ਨਸੀਬ ਸਾਡੇ ਗਲ ਪੈ ਜੂ, ਹੋਰ ਬਹੁਤ ਨੌਜਵਾਨ ਮਾਰੇ ਜਾਣਗੇ। ਝੂਠੇ ਮੁਕਾਬਲੇ ਕਿਸੇ ਮਸਲੇ ਦਾ ਹੱਲ ਨਹੀਂ ਹੈ। ਮੇਰਾ ਤਾਂ ਸੁਝਾਅ ਇਹ ਆ ਕਿ ਜਿਹੜੀ ਮੌਜੂਦਾ ਸਰਕਾਰ ਆ, ਅਸਲ ਚ ਨਾ ਜੀ, ਮਤਲਬ ਕਈ ਵਾਰ ਤਾਂ ਮੈਨੂੰ ਇਹ ਲੱਗਦਾ ਵੀ ਸਰਕਾਰ ਪੰਜਾਬ 'ਚ ਬਣੀ ਹੋਣੀ ਹੁੰਦੀ ਹੈ ਹੀ ਨਹੀਂ, ਮਤਲਬ ਕੋਈ ਪਾਵਰ ਹੈ ਹੀ ਨਹੀਂ, ਸਰਕਾਰ ਹੈ ਹੀ ਨਹੀਂ। ਮਤਲਬ ਤੁਸੀਂ ਇਹ ਦੇਖੋ ਜੀ, ਇੱਕ ਦਿਨ ਐਲਾਨ ਕਰਦੇ ਹੋ, ਦੂਜੇ ਦਿਨ ਬਦਲ ਦਿੰਦੇ ਹੋ, ਇੱਕ ਦਿਨ ਐਲਾਨ ਕਰਦੇ ਹੋ, ਦੂਜੇ ਦਿਨ ਬਦਲ ਦਿੰਦੇ ਹੋ। ਅੱਜ ਹਾਈ ਕੋਰਟ 'ਚ ਕਹਿਤਾ 424 ਦੀ ਸਿਕਿਉਰਿਟੀ ਬਹਾਲ ਕਰਾਂਗੇ ਜੀ 5-7 ਦਿਨਾਂ ਨੂੰ। ਠੀਕ ਆ, ਇਹਨਾਂ ਨੇ ਸਿਆਸਤਦਾਨਾਂ ਨੂੰ ਬਦਨਾਮ ਕਰਕੇ ਜਿੱਤ ਗਏ। ਅਰੇ ਨਾ ਇਹਨਾਂ ਨੂੰ ਰੋਗ ਦਾ ਪਤਾ, ਨਾ ਇਹਨਾਂ ਨੂੰ ਇਲਾਜ ਦਾ ਪਤਾ। ਮਲ ਸਾਹਿਬ 1 ਸੈਕਿੰਡ ਮੈਂ ਲੈਣਾ, ਸਾਹਮਣੇ ਆ ਰਹੀ ਹੈ। ਮੈਂ ਇੱਕ ਵਾਰ ਆਪਣੇ ਕੋਲ 10 ਮਿੰਟ ਹੋਰ ਆ, ਮੈਂ ਪਹਿਲਾਂ ਇਹ ਸਵਾਲ ਕਰਨ ਤੋਂ ਪਹਿਲਾਂ ਕਲੀਅਰ ਕਰਦਾ, ਜਿਹੜੇ ਲੋਕ ਵੀ ਇਹ ਬਾਅਦ ਦੇ ਵਿੱਚ ਦੇਖਣਗੇ ਸੁਣਨਗੇ, ਮੇਰੇ ਤੇ ਇਤਰਾਜ਼ ਨਾ ਕਰਿਓ, ਸ਼ਾਇਦ ਮੈਨੂੰ ਇਸ ਚੀਜ਼ ਦੀ ਨੌਲੇਜ ਘੱਟ ਹੈ, ਤੁਹਾਨੂੰ ਕਿਸੇ ਨੂੰ ਇਹ ਸਵਾਲ ਗਲਤ ਵੀ ਲੱਗ ਸਕਦਾ, ਪਰ ਮੈਂ ਵੀ ਇੱਕ ਇੰਟਰਵਿਊ ਦੇ ਵਿੱਚ ਇਹ ਸੁਣਿਆ
ਮਤਲਬ ਸਾਹਿਬ ਮੈਂ ਇੱਕ ਇੰਟਰਵਿਊ ਦੇ ਵਿੱਚ ਕਿਸੇ ਇਸੇ ਤਰ੍ਹਾਂ ਦੇ ਜਿਹੜਾ ਇਸੇ ਵਰਤਾਰੇ ਕੰਮ ਕਰਦਾ ਹੈ ਮਾਰਤਾੜ ਵਾਲੇ, ਜਾਂ ਜਿਹਦਾ ਨਿਸ਼ਾਨਾ ਜ਼ਿੰਦਗੀ ਦੇ ਵਿੱਚ ਕੁਝ ਹੋਰ ਹੈ ਜੋ ਨਾਰਮਲ ਨਹੀਂ ਹੈ, ਮੈਂ ਇੱਕ ਇੰਟਰਵਿਊ ਸੁਣਿਆ, ਉਹਦੇ ਵਿੱਚ ਉਹ ਬੰਦਾ ਕਹਿੰਦਾ ਹੈ, ਮੈਂ ਨਾਮ ਬਾਅਦ ਦੇ ਵਿੱਚ ਆਪਾਂ ਨਿੱਜੀ ਤੌਰ ਤੇ ਡਿਸਕਸ ਕਰ ਲਾਂਗੇ, ਉਹ ਕਹਿੰਦਾ ਕਿ ਜਦੋਂ ਕੋਈ ਨਵਾਂ ਮੁੱਖ ਮੰਤਰੀ ਆਉਂਦਾ ਹੈ, ਕੋਈ ਏਜੰਸੀਆਂ ਦਾ ਏਜੰਸੀ ਵਰਡ ਯੂਜ਼ ਕਰਦਾ, ਏਜੰਸੀਆਂ ਨੂੰ ਉਹ ਮਿਲਣ ਜਾਂਦਾ, ਉਹ ਉਹਨੂੰ ਦੱਸਦੀਆਂ ਵੀ ਤੂੰ ਆਹ ਕੰਮ ਕਰਨਾ, ਇੱਦਾਂ ਇੱਦਾਂ ਕਰਨਾ ਤਾਂ ਤੂੰ ਠੀਕ ਰਹੇਗਾ, ਨਹੀਂ ਤਾਂ ਫਿਰ ਤੇਰਾ ਔਖਾ ਹੈ। ਤੁਹਾਨੂੰ ਇਸ ਚੀਜ਼ ਬਾਰੇ ਹੈ ਕੋਈ ਜਾਣਕਾਰੀ, ਕੋਈ ਸਮਝ ਹੈ ਵੀ ਇਹ ਗੱਲ ਦੇ ਵਿੱਚ ਕੋਈ ਦਮ ਹੈ? ਬਿਲਕੁਲ ਜੀ, ਪੂਰਾ ਦਮ। ਕੱਲਾ ਚੀਫ ਮਿਨਿਸਟਰ ਬਣਨ ਦੀ ਗੱਲ ਨਹੀਂ, ਕੇਂਦਰ ਸਰਕਾਰ ਦਾ ਇੱਕ ਅਣਲਿਖਤ ਸਮਝੌਤਾ ਪੰਜਾਬ ਦੇ ਸਿਆਸੀ ਲੀਡਰਾਂ ਨਾਲ। ਜੇ ਤੁਸੀਂ ਕੇਂਦਰ ਸਰਕਾਰ ਦੀਆਂ ਪੰਜਾਬ ਬਾਰੇ ਜੋ ਨੀਤੀਆਂ ਪਾਲਿਸੀਆਂ ਨੇ ਉਹ ਚ ਵਿਘਨ ਨਹੀਂ ਪਾਓਗੇ, ਤੁਹਾਡੇ ਖਿਲਾਫ ਨਾ ਕੋਈ ਜਾਂਚ ਹੋ, ਨਾ ਕੋਈ ਮੁਕੱਦਮਾ ਚੱਲੂ। ਅੱਛਾ ਜੀ। ਅਮਰਿੰਦਰ ਨੇ ਇਸ ਮਾਮਲੇ 'ਚ ਵਿਘਨ ਪਾਤਾ। ਉਹਨੇ ਆਉਣ ਸਾਰ ਬਾਲਵਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਉਹ ਸ਼ੁਰੂ ਕਰਤੀ। ਉਹਨੇ ਪਾਣੀਆਂ ਦੇ ਬਾਰੇ ਐਕਟ ਪਾਸ ਕਰਤਾ। ਕਾਂਗਰਸ ਹਾਈ ਕਮਾਂਡ ਨੇ ਵੀ ਉਹਨੂੰ ਪ੍ਰਵਾਨਗੀ ਨਹੀਂ ਦਿੱਤੀ, ਚਾਹੇ ਬੋਲੀ ਨਹੀਂ। ਤੇ ਮੁੜ ਕੇ 10 ਸਾਲ ਅਮਰਿੰਦਰ ਨੂੰ ਇੰਨਾ ਘਸਾਇਆ, ਮੁਕੱਦਮੇ ਤੇ ਫਸਾ ਲਿਆ ਤੇ ਉਹ ਤੋਤੇ ਵਾਂਗੂ ਬੋਲਣ ਲੱਗ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਆਮ ਆਦਮੀ ਪਾਰਟੀ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਬਾਰੇ ਨੀਤੀ ਦੇ ਸਮਝ ਇੱਕੋ ਆ, ਕੋਈ ਬੜਾ ਫਰਕ ਨਹੀਂ ਜੀ। ਇਸੇ ਕਰਕੇ ਇਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ, ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ, 9 ਗਰੰਟੀਆਂ ਦਿੱਤੀਆਂ। ਤੁਹਾਨੂੰ ਆਹ ਪੈਸੇ ਦੇ ਦਾਂਗੇ, ਤੁਹਾਨੂੰ ਆਹ ਦੇ ਦਾਂਗੇ, ਤੁਹਾਨੂੰ ਆਹ ਦੇ ਦਾਂਗੇ, ਤੁਹਾਨੂੰ ਆਹ ਦੇ ਦਾਂਗੇ। ਪੰਜਾਬ ਦੇ ਹਿੱਤਾਂ ਖਾਤਰ ਲੜਨ ਦੀ ਗੱਲ, ਫੈਡਰਲ ਢਾਂਚੇ ਦੀ ਲੜਨ ਦੀ ਗੱਲ ਕਿਤੇ ਨਹੀਂ ਆਮ ਆਦਮੀ ਪਾਰਟੀ ਚ। ਪਰ ਉਹ ਗਰੰਟੀਆਂ ਦੇ ਨਹੀਂ ਸਕਦੇ, ਪੂਰੀਆਂ ਕਰ ਨਹੀਂ ਸਕਦੇ, ਕਿਉਂਕਿ ਜੋ ਖਜ਼ਾਨੇ ਦੀ ਲੁੱਟ ਆ ਰੋਜ਼ ਕਰਨਾ ਪਈਆਂ ਨੇ, ਉਹਨੂੰ ਬੰਦ ਕਰਨ ਦੀ ਨੀਤੀ ਅਪਣਾ ਨਹੀਂ ਸਕਦੇ। ਹੁਣ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣੀ ਆ, ਉਹਦੀ ਗੱਲ ਜਦ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਵਿਚਾਰ ਪ੍ਰਗਟ ਕੀਤੇ ਨੇ ਜੀ, ਨਾ ਤਾਂ ਕੋਈ ਵੀ ਆਲੋਚਨਾ ਕਰਦਾ, ਨਾ ਉਹਨੂੰ ਮੰਨਦਾ। ਤੋ ਇਸ ਕਰਕੇ ਤੁਹਾਡੀ ਗੱਲ ਠੀਕ ਆ, ਏਜੰਸੀਆਂ ਕੋਲੇ ਜਾਂਦਾ, ਕਿਹਦੇ ਕੋਲੇ ਜਾਂਦਾ, ਇਹ ਤਾਂ ਗੱਲ ਹੋਰ ਤਰ੍ਹਾਂ ਹੋ ਜਾਂਦੀ ਹੈ। ਇੱਕ ਮੈਸੇਜ ਹੋ ਜਾਂਦਾ ਵੀ ਤੈਨੂੰ ਚੱਲਣਾ ਕਿਵੇਂ ਪਊ। ਤੇ ਆਉਣ ਵਾਲੇ ਸਮੇਂ 'ਚ ਦੇਖਿਓ, ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਦੀ ਪੱਟ ਪੱਟ ਕੇ ਚੱਲੂ, ਕਿਉਂਕਿ ਇਹਨਾਂ 'ਚ ਪੰਜਾਬ ਪ੍ਰਤੀ ਕਮਿਟਮੈਂਟ, ਰਜਿਸਟੈਂਸ ਹੈ ਨਹੀਂ। ਮੈਂ ਜਿਹੜੀ ਗੱਲ ਕਰੀ ਸੀ, ਜਿੱਥੇ ਆਪਣੀ ਗੱਲ ਕੱਟ ਗਈ ਸੀ ਜੀ, ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਤਬਾਹ ਕੀਤਾ। ਜਿਹੜੇ ਬੰਦੇ 'ਚ ਗੱਟ ਸੀ, ਜਿਹੜਾ ਬੋਲਦਾ ਸੀ, ਉਹਨੂੰ ਸਭ ਨੂੰ ਆਊਟ ਕੀਤਾ ਜੀ। ਤੇ ਉਹਦੇ ਪਹਾੜੇ ਦਾ ਦਸਤਾ ਹਮੇਸ਼ਾ ਭਗਵੰਤ ਮਾਨ ਬਣਿਆ। ਲੀਡ ਪਾਰਟੀ ਚੋਂ ਵੀ ਉਹਨੇ ਜਿਹੜੇ ਬੰਦੇ ਸਵਾਲ ਉਠਾਉਂਦੇ ਸੀ, ਗੱਲ ਕਰਦੇ, ਸਾਰੇ ਆਊਟ ਕਰਤੇ। ਭਗਵੰਤ ਮਾਨ ਦੀ ਐਸੀ ਸਮਰੱਥਾ ਸੀਐਮ ਪੰਜਾਬ ਦੇ ਹਿੱਤਾਂ ਖਾਤਰ ਲੜਨ ਵਾਲੀ ਨਹੀਂ ਹੈ। ਠੀਕ ਆ, ਐਕਸਪੋਜ਼ਰ ਕਰਦਾ ਹੈ, ਵਿਰੋਧੀ ਦਾ ਗੁੱਡਾ ਬਣਾ ਦਿੰਦਾ। ਇਹਦੀਆਂ ਪੁਰਾਣੀਆਂ ਵੀਡੀਓ ਹੁਣ ਚੱਲ ਰਹੀਆਂ ਨੇ ਜੀ। ਤੂੰ ਗ੍ਰਹਿ ਮੰਤਰੀ ਆ, ਜੇ ਤੈਨੂੰ ਨਹੀਂ ਪਤਾ ਹੋ ਕੀ ਰਿਹਾ, ਆ ਕੀ ਹੋ ਰਿਹਾ, ਕਿਉਂਕਿ ਇਹਨੂੰ ਕਿਹੜਾ ਪਤਾ ਸੀ ਮੁੱਖ ਮੰਤਰੀ ਮੈਂ ਹੀ ਬਣ ਜੂ ਤੇ ਇਹ ਗੱਲਾਂ ਮੇਰੇ ਤੇ ਢੁਕਣਗੀਆਂ। ਬਿਲਕੁਲ। ਸੋ ਇਸ ਕਰਕੇ ਅੱਜ ਦੀ ਸਿਚੁਏਸ਼ਨ ਇਹ ਹੈ, ਇਹ ਸਰਕਾਰ ਆ ਜਿਹੜੀ ਇੰਨੀ ਫਸੀ ਹੋਈ ਆ, ਨਾ ਤਾਂ ਦਿੱਲੀ ਨਾਲ ਆ, ਨਾ ਇਹ ਪੰਜਾਬ ਨਾਲ ਆ, ਟਾਈਮ ਪਾਸ ਮੈਨੇਜਮੈਂਟ ਚੱਲ ਰਹੀ ਹੈ। ਤੁਸੀਂ ਮੈਨੂੰ ਇਹ ਸਮਝਾਓ ਜੀ, 8 ਮੰਤਰੀ ਖਾਲੀ ਰੱਖਣ ਦਾ ਮਤਲਬ ਕੀ ਅੱਜ ਤੱਕ? ਮਤਲਬ 8 ਮੰਤਰੀ ਤੁਸੀਂ ਖਾਲੀ ਰੱਖੇ ਹੋਇਆ, ਤੁਹਾਡਾ ਬਹੁਤ ਤਜਰਬਾ। ਮੈਂ ਕਹਿੰਦਾ ਨਰਿੰਦਰ ਮੋਦੀ ਜੀ ਸਰਕਾਰਾਂ ਚਲਾਈਆਂ ਨੇ, ਉਹਨੇ 4 ਮਹਿਕਮੇ ਖਾਲੀ ਰੱਖ ਲਏ। ਤੁਸੀਂ ਤੁਹਾਡੇ ਪੱਲੇ ਨਹੀਂ ਢਿੱਲਾ ਜੀ, ਤੁਹਾਡਾ ਤਜਰਬਾ ਪ੍ਰਸ਼ਾਸਨਿਕ ਕੰਟਰੋਲ ਕਰਨ ਦਾ ਹੈ ਨਹੀਂ, ਤੇ ਮੰਤਰੀ ਮੰਡਲ ਤੁਸੀਂ ਪੂਰਾ ਨਹੀਂ ਕਰਦੇ। ਕਿਉਂ ਨਹੀਂ ਕਰਦੇ ਜੀ? ਸੋ ਇਸ ਕਰਕੇ ਇਸ ਪੱਖੋਂ ਜਿਹੜੀ ਤੁਸੀਂ ਗੱਲ ਕਰਦੇ ਹੋ, ਜਿਹੜੀ
ਪੰਜਾਬ ਦੀ ਸਰਕਾਰ ਆ, ਇਹਦੀ ਨਾ ਤਾਂ ਪ੍ਰਸ਼ਾਸਨਿਕ ਪਕੜ ਆ ਜੀ, ਤੇ ਨਾ ਪਾਵਰ ਸੈਂਟਰ ਇੰਨੇ ਬਣ ਗਏ। ਦਿੱਲੀ ਵਾਲਿਆਂ ਨੇ ਇਹ ਕਹਿੰਦਾ, ਦਿੱਲੀ ਵਾਲਾ ਅਫਸਰਸ਼ਾਹੀ ਸਿੱਧੀ ਦਿੱਲੀ ਵਾਲਿਆਂ ਨੂੰ ਜਵਾਬ ਦਿਆ। ਤੁਸੀਂ ਬਾਈ ਜੀ ਕਿਤੇ ਜਾਓ, ਇੱਕ ਰਾਜੂ ਚੱਡੇ ਦੀ ਕੋਠੀ ਆ, ਇੱਕ ਭਗਵੰਤ ਮਾਨ ਦੀ ਕੋਠੀ ਆ। ਸ਼ਾਮ ਨੂੰ ਜਾ ਕੇ ਦੇਖ ਲਓ, ਭਗਵੰਤ ਮਾਨ ਦੀ ਕੋਠੀ ਮੂਹਰੇ ਇੱਕ ਕਾਰ ਨਹੀਂ ਹੁੰਦੀ, ਰਾਜੂ ਚੱਡੇ ਦੀ ਕੋਠੀ ਮੂਹਰੇ 40 ਕਾਰਾਂ ਖੜੀਆਂ ਹੁੰਦੀਆਂ ਨੇ। ਬਿਲਕੁਲ, ਮੈਨੂੰ ਪਤਾ ਜੀ, ਮੈਨੂੰ ਪਤਾ। ਤੇ ਇਹਦਾ ਮੈਸੇਜ ਕੀ ਹੈ ਜੀ? ਫਿਰ ਤੁਸੀਂ ਦੇਖ ਲਓ। ਬਿਲਕੁਲ ਜੀ, ਬਿਲਕੁਲ। ਹੁਣ ਅਸੀਂ ਕੁਝ ਬੋਲਾਂਗੇ ਨਾ, ਲੋਕ ਇਤਰਾਗੇ। ਜਿਵੇਂ ਪਹਿਲੀਆਂ ਸਰਕਾਰਾਂ 'ਚ ਹੁੰਦਾ ਰਿਹਾ, ਮੈਂ ਬੜਾ ਨੇੜਿਓਂ ਦੇਖਿਆ, ਕੋਈ ਬਦਲੀ ਕਰਾਉਣੀ ਆ, ਕੋਈ ਪ੍ਰਮੋਸ਼ਨ ਕਰਾਉਣੀ ਆ, ਕੋਈ ਕੰਮ ਕਢਾਉਣਾ, ਕੋਈ ਠੇਕਾ ਲੈਣਾ, ਕੋਈ ਕੰਟਰੈਕਟ ਕਰਨਾ, ਤੇ ਫਿਰ ਉਹ ਜਿਵੇਂ ਪਹਿਲਾਂ ਮੈਂ ਕਿਸੇ ਦਾ ਪਰਟੀਕੂਲਰ ਨਾਮ ਨਹੀਂ ਲੈਂਦਾ, ਜਿਹੜੀਆਂ ਵੀ ਸਰਕਾਰਾਂ ਰਹੀਆਂ, ਤਾਂ ਫਿਰ ਕਦੀ FM ਸਾਹਿਬ ਕੋਲੇ, ਕਦੀ CM ਸਾਹਿਬ ਕੋਲੇ, ਤੇ ਕਦੀ ਕਿਸੇ ਕੋਲੇ, ਮਿਨਿਸਟਰ ਕੋਲੇ। ਤੇ ਫਿਰ ਇਹ ਕੰਮ ਹੁਣ ਜਿਹੜੀ ਤੁਸੀਂ ਗੱਲ ਕੀਤੀ, ਜਿਹਦੇ ਘਰ ਦੇ ਬਾਹਰ 40 ਗੱਡੀਆਂ ਖੜੀਆਂ, ਉਹੀ ਚਲਾ ਰਿਹਾ ਸਾਰਾ। ਇਹ ਆਜੂਗਾ ਸਮਝ ਲਓ। ਮੈਂ ਤੁਹਾਨੂੰ ਇਹ ਕਹਿਣਾ ਜੀ, ਦੇਖੋ ਇਨਫੋਰਮੇਸ਼ਨ ਮੇਰੇ ਕੋਲੇ ਵੀ ਬਹੁਤ ਆ, ਕਿਉਂਕਿ ਮੈਂ ਚਾਹੁੰਦਾ ਵੀ ਯਾਰ ਇਹ ਸਰਕਾਰ ਕੁਛ ਕਰੇ, ਇਹ ਜੰਮ ਜੇ, ਇਹਨਾਂ ਦਾ ਮੌਕਾ। ਮੈਂ ਤਾਂ ਜਿਹੜੇ ਅੱਜ ਮੰਗ ਕਰਦੇ ਨਾ ਰਾਸ਼ਟਰਪਤੀ ਰਾਜ ਲਾ ਦਿਓ, ਗਵਰਨਰ ਰਾਜ ਲਾ ਦਿਓ, ਇਹ ਪੰਜਾਬ ਦੇ ਦੁਸ਼ਮਣ ਨੇ। ਇਹਦਾ ਮਤਲਬ ਪੰਜਾਬ ਦੇ ਪੱਲੀ ਕੱਖ ਨਾ ਰਹੇ, ਸਿੱਧਾ ਦਿੱਲੀ ਦੇ ਅਧੀਨ ਕਰ ਦੋ ਜੀ। ਤੋ ਇਸ ਕਰਕੇ ਸਮੱਸਿਆ ਇਹ ਹੈ, ਹੁਣ ਕੀ ਕਰੀਏ? ਹੁਣ ਕਿੰਨੇ ਮਿੱਤਰ ਨੇ ਮੇਰੇ, ਉਹ ਤਾਂ ਗੱਲ ਨਹੀਂ ਕਰਦੇ। ਉਹ ਤਾਂ ਕਹਿੰਦੇ, ਮੈਨੂੰ ਕਹਿੰਦੇ ਨੇ ਭਾਈ ਜੀ ਰਾਘਵ ਚੱਡੇ ਨਾਲ ਲਿੰਕ ਕਿਵੇਂ ਹੋ ਸਕਦਾ? ਜਾਨੀ ਦਿੱਲੀ ਵਾਲਿਆਂ ਨਾਲ ਲਿੰਕ ਕਰਕੇ ਉਹ ਆਪਣੇ ਕੰਮ ਕਰਾਉਂਦੇ ਨੇ 100%। ਯੈਸ, ਹਾਲਤ ਇਹ ਬਣ ਗਈ ਆ। ਕੀ ਗੱਲ ਹੈ ਜੀ ਇਹ? ਹਾਂਜੀ, ਇਹ ਸੱਚ ਹੈ ਜੀ, ਸੱਚ ਹੈ। ਸਾਨੂੰ ਕਈ ਵਾਰ ਸਾਡੇ ਆਪਣੇ ਬੰਦੇ ਉੱਥੇ ਜਿਨ੍ਹਾਂ ਨੂੰ ਕੰਮ ਪੈਂਦੇ ਆ, ਉਹ ਦੱਸ ਦਿੰਦੇ ਆ ਵੀ ਯਾਰ ਅਸੀਂ ਇੱਥੋਂ ਕਰਾ ਕੇ ਆਏ ਆ, ਇੰਨੇ ਪੈਸੇ ਲੱਗੇ। ਇਹਨਾਂ ਨੇ ਤਾਂ ਇੱਕ ਗੱਲ ਸਿੱਧੀ ਕਰ ਲਈ। ਹਾਂਜੀ, ਇਹਨਾਂ ਤੇ ਤਲਵਾਰ ਲਟਕਾਤੀ ਇਮਾਨਦਾਰੀ। ਅਫਸਰਸ਼ਾਹੀ ਨੂੰ ਇਹ ਕਹਿਤਾ ਵੀ ਜੇ ਕੋਈ ਮੰਤਰੀ ਵਿਧਾਇਕ ਤੁਹਾਡੇ ਕੋਲ ਜਵਾਬ ਆਉਂਦਾ ਸਾਨੂੰ ਦੱਸੋ। ਤੇ ਜਿਹੜੇ ਸੌਦੇ ਕਰ ਰਹੇ ਨੇ ਉਹ ਸਿੱਧੇ ਦਿੱਲੀ ਕਰ ਰਹੀ ਹੈ ਜੀ। ਤੁਸੀਂ ਇਹ ਦੇਖੋ ਜੀ, ਮੈਂ ਤੁਹਾਨੂੰ ਸਾਰੇ ਫੰਡ ਆਏ ਦੇਸ਼ਾਂ ਵਿਦੇਸ਼ਾਂ ਤੋਂ, ਸਾਰੇ ਦਿੱਲੀ ਦੇ ਕਰਦੇ ਜੀ। ਹਿਸਾਬ ਅੱਜ ਤੱਕ ਕੋਈ ਨਹੀਂ ਜੀ। ਉਹੀ ਹਾਲ ਹੋਣਾ ਜੀ। ਬਿਲਕੁਲ ਠਾਕੁਰ ਜੀ, ਮੈਂ ਮਾਲੀ ਸਾਹਿਬ ਨਾਲ ਤਾਂ ਗੱਲ ਕਰਦੇ ਪਤਾ ਨਹੀਂ ਲੱਗਦਾ, 1.5 ਘੰਟਾ ਨਿਕਲ ਵੀ ਗਿਆ ਜੀ। ਬਿਲਕੁਲ। ਔਰ ਹਮੇਸ਼ਾ ਮੈਨੂੰ ਤਾਂ ਬੜਾ ਵਧੀਆ ਲੱਗਦਾ, ਇੰਟਰਸਟਿੰਗ ਗੱਲਾਂ, ਨੌਲੇਜ ਬਹੁਤ ਕੁਝ ਸਿੱਖੀਦਾ ਹੀ ਆ। ਅਸੀਂ ਤਾਂ ਹਜੇ ਸਾਡੇ ਕੋਲ ਨੌਲੇਜ ਬਹੁਤ ਜ਼ਿਆਦਾ ਹੈ, ਤੇ ਚੰਗਾ ਲੱਗਦਾ ਜਦੋਂ ਸਾਡੇ ਨਾਲ ਵੀ ਸ਼ੇਅਰ ਕਰਦੇ ਨੇ, ਤੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਨਾਲ ਵੀ ਜੀ। ਮੈਂ ਚਾਹੂੰਗਾ ਠਾਕੁਰ ਜੀ ਤੁਸੀਂ ਕੋਈ ਜ਼ਰੂਰ ਐਡ ਕਰ ਦਿਓ ਕਲੋਜ਼ਿੰਗ ਸਟੇਟਮੈਂਟ 'ਚ, ਤੇ ਮਾਲੀ ਸਾਹਿਬ ਦਾ ਤੁਸੀਂ ਜ਼ਰੂਰ ਧੰਨਵਾਦ ਕਰੋ। ਜੀ ਬਿਲਕੁਲ ਮਾਲੀ ਸਰ ਵੀ ਆਪਣਾ ਕੀਮਤੀ ਸਮਾਂ ਕੱਢਦੇ ਨੇ ਸਾਡੇ ਵਾਸਤੇ, ਤੇ ਮਾਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਨੂੰ ਕਦੇ ਵੀ ਤੁਸੀਂ ਇਨਕਾਰ ਨਹੀਂ ਕਰਦੇ, ਤੇ ਸਾਡੇ ਸਰੋਤੇ ਜਿਹੜੇ ਨੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਜੀ, ਤੇ ਤੁਹਾਨੂੰ ਫੇਰ ਅਸੀਂ ਜਲਦ ਰੂਬਰੂ ਕਰਵਾਵਾਂਗੇ ਜੀ। ਅੱਜ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਦੇਸ਼ ਵਿਦੇਸ਼ਾਂ ਦੇ ਲੋਕਾਂ ਨਾਲ ਜੁੜਨ ਲਈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਮਾਲੀ ਸਾਹਿਬ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਠਾਕੁਰ ਜੀ। ਜੀ ਸੰਗਰੂਰ 1-2 ਮਿੰਟ ਆਪਾਂ ਲਾ ਲਈਏ। ਇੱਕ ਤਾਂ ਸੰਗਰੂਰ ਵਾਲੀ ਚੋਣ ਨੂੰ ਲੈ ਕੇ ਦੇਖੋ, ਵੈਸੇ ਤਾਂ ਇਹ ਮਾਲੀ ਸਾਹਿਬ ਨੂੰ ਵੀ ਸਵਾਲ ਕਰਨਾ ਸੀ, ਟਾਈਮ ਚਲੋ ਆਪਾਂ ਕੱਲ ਅੱਗੇ ਜਦੋਂ ਵੀ ਮਿਲਿਆ ਮੌਕਾ ਹੋਰ ਵੀ ਗੈਸਟ ਹੋਣਗੇ। ਕਾਂਗਰਸ ਦੇ ਸਵਾਲ ਖੜੇ ਹੋ ਰਹੇ ਆ। ਕਾਂਗਰਸ ਪਲਾਨ ਕਰ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਟਿਕਟ ਦੇ ਦਿੱਤੀ ਜਾਵੇ ਸੰਗਰੂਰ ਤੋਂ। ਇੱਧਰੋਂ ਬੀਬੀ ਕਮਲਦੀਪ ਕੌਰ ਜੋਆਣਾ, ਭਾਈ ਬਲਵੰਤ ਸਿੰਘ ਜੋਆਣਾ ਦੇ ਸਿਸਟਰ ਨੂੰ ਉਤਾਰਨ ਦਾ ਪਲਾਨ ਹੋ ਰਿਹਾ ਸੰਗਰੂਰ ਤੋਂ, ਤੇ ਉਧਰੋਂ ਸਿਮਰਜੀਤ ਸਿੰਘ ਮਾਨ ਆਲਰੇਡੀ ਜਿਹੜੇ ਨੇ ਮੈਦਾਨ ਦੇ ਵਿੱਚ ਨੇ। ਕੀ ਲੱਗਦਾ ਜੀ ਤੁਹਾਨੂੰ ਇਹਦੇ ਬਾਰੇ, ਕੀ ਸਿਚੁਏਸ਼ਨ ਬਣ ਰਹੀ ਹੈ? ਦੇਖੋ, ਜੇ ਤਾਂ ਭਾਈ ਅਜਵਾਣਾ ਜੀ ਜਿਹੜੇ ਭੈਣ ਜੀ ਨੇ, ਜੇ ਉਹ ਖੜਦੇ ਨੇ, ਦੂਜੇ ਪਾਸੇ ਮਾਨ ਸਾਹਿਬ ਖੜਦੇ ਨੇ, ਤਾਂ ਵੋਟਾਂ ਆਬਵੀਅਸਲੀ ਕੱਟੀਆਂ ਜਾਣਗੀਆਂ। ਜਿੱਤਣਾ ਨਹੀਂ, ਇਹਨਾਂ ਵਿੱਚ ਕੋਈ ਨਹੀਂ ਜਿੱਤੇਗਾ। ਜੇ ਅਸੀਂ ਟੈਕਨੀਕਲੀ ਦੇਖੀਏ, ਫੈਕਚੁਅਲੀ ਦੇਖੀਏ,
ਲਾਹਾ ਕਿਸੇ ਨਾ ਕਿਸੇ ਨੇ ਸਿਆਸੀ ਲੈਣਾ ਹੀ ਹੈ ਜੋ ਇੰਸੀਡੈਂਟ ਹੁਣ ਹੋਇਆ ਹੈ ਤੇ ਨੁਕਸਾਨ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਹੋਣਾ ਹੀ ਹੋਣਾ ਹੈ, ਕਿਉਂਕਿ ਇੰਨੇ ਕਿ ਸਮੇਂ 3 ਮਹੀਨਿਆਂ 'ਚ ਲੋਕ ਆਲਮੋਸਟ ਦੇਖ ਚੁੱਕੇ ਨੇ ਜੋ ਹਾਲਾਤ ਨੇ। ਕਦੇ ਪੇਪਰ ਮਰਡਰ ਹੋ ਰਿਹਾ, ਕੱਲ ਜਿੱਥੇ ਹੋ ਗਿਆ, ਤੇ ਕਦੇ ਬੱਸ ਨੂੰ ਦਿਨ ਦਿਹਾੜੇ ਲੁੱਟਿਆ ਜਾ ਰਿਹਾ ਹੈ ਬੰਦੂਕ ਦੀ ਨੋਕ ਤੇ, ਕਦੇ ਇੰਨੀ ਵੱਡੀ ਸ਼ਖਸੀਅਤ ਜਿਸਨੇ ਇੰਟਰਨੈਸ਼ਨਲੀ ਜੋ ਹੈ ਪੰਜਾਬ ਦਾ ਨਾਮ ਰੋਸ਼ਨ ਕੀਤਾ, ਸਿੱਧੂ ਮੂਸੇਵਾਲਾ, ਉਸਦਾ ਦਿਨ ਦਿਹਾੜੇ ਕਤਲ ਹੋ ਜਾਣਾ, ਤੇ ਐਸੇ ਕਈ ਇੱਕ ਨਹੀਂ ਕਈ ਐਸੇ ਸਵਾਲ ਨੇ ਕਿ ਪੰਜਾਬੀਆਂ ਨੇ 3 ਮਹੀਨਿਆਂ ਦੇ ਵਿੱਚ ਹੀ ਇਕੱਠੇ ਕਰਕੇ ਰੱਖੇ ਹੋਏ ਨੇ। ਜੀ ਜੀ ਜੀ। ਤੇ ਉਹਨਾਂ ਦੇ ਜਵਾਬ ਦੇਣਾ ਜਾਂ ਫਿਰ ਉਹਨਾਂ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਇਹਨਾਂ ਜਿਹੜੀਆਂ ਬਾਈ ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਜ਼ਰੂਰ ਭੁਗਤਣਾ ਪੈਣਾ ਹੈ। ਤੇ ਬਹੁਤ ਮੈਨੂੰ ਵੱਡਾ ਇੱਕ ਨੁਕਸਾਨ ਜ਼ਰੂਰ ਦੇਖਿਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਦੇ ਲਈ। ਜੀ ਠੀਕ ਹੈ ਠਾकुर जी, ਅੱਜ ਲਈ ਮੈਨੂੰ ਲੱਗਦਾ ਇੰਨਾ ਹੀ ਹੈ ਔਰ ਬਹੁਤ ਹੈ, ਆਪਾਂ ਬਹੁਤ ਅਪਡੇਟਸ ਜਿੰਨੇ ਕੁ ਵੀ ਤਕਰੀਬਨ ਸ਼ੇਅਰ ਕਰ ਲਏ ਅੱਜ ਲਈ। ਫਿਰ ਆਪਾਂ ਵੀ ਇਜਾਜ਼ਤ ਲਈਏ ਤੇ ਕੱਲ ਨੂੰ ਫਿਰ ਹੁੰਦੀ ਹੈ ਜੀ ਮੁਲਾਕਾਤ, ਤੇ ਫਿਰ ਜਿਵੇਂ ਵੀ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਠਾकुर जी, ਬਹੁਤ ਬਹੁਤ ਧੰਨਵਾਦ ਸਭ ਤੇ।